ਜਦੋਂ ਅਸੀਂ ਬੜੂ ਸਾਹਿਬ ਦੀ ਧਰਤੀ ਤੇ ਆਏ ਹੋਏ ਹਾਂ ਤਾਂ ਇਹ ਸਿਰਫ ਤੁਹਾਨੂੰ ਦੱਸਾਂ ਕਿ ਸਿਰਫ ਵਿਦਿਅਕ ਅਦਾਰਾ ਨਹੀਂ ਹੈ ਜਾਂ ਵਿਦਿਅਕ ਅਦਾਰੇ ਨਹੀਂ ਹਨ। ਇਸ ਤੋਂ ਕਿਤੇ ਅੱਗੇ ਵੱਧ ਕੇ ਕੁਦਰਤ ਨਾਲ ਇੱਕ ਸੁਰ ਇੱਕ ਮਿਕ ਹੋਣ ਦੀ ਪ੍ਰਕਿਰਿਆ ਨੂੰ ਅਸੀਂ ਕਿਵੇਂ ਆਪਣੀ ਜੀਵਨ ਜਾਂਚ ਦੇ ਵਿੱਚ ਢਾਲਣਾ ਹੈ, ਇਹ ਉਸ ਦਾ ਵੀ ਇੱਕ ਅੰਗ ਹੈ, ਇਹ ਉਸ ਦਾ ਵੀ ਇੱਕ ਹਿੱਸਾ ਹੈ। ਮੇਰੇ ਨਾਲ ਸਤਿਕਾਰਤ ਕਾਕਾ ਵੀਰ ਜੀ ਨੇ। ਪੁੱਛਦੇ ਹਾਂ ਕਿ ਲੈ ਕੇ ਕਿੱਥੇ ਜਾਣਗੇ ਔਰ ਜਿੱਥੇ ਜਾਵਾਂਗੇ ਤੇ ਉਹਨਾਂ ਚੀਜ਼ਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਅਸਰ ਕੀ ਹੋਏਗਾ, ਬੜੂ ਸਾਹਿਬ ਦੀ ਸਾਰੀ ਨੇਕ ਕਮਾਈ ਦੇ ਵਿੱਚ ਉਹਦਾ ਕੀ ਅਸਰ ਹੋਏਗਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲੇ ਕਿੱਥੇ ਹਾਂ ਜੀ ਆਪਾਂ ਤੇ ਉੱਥੇ ਦੀ ਮਹੱਤਤਾ ਕੀ ਹੋਏਗੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਕੁਝ ਅਹਿਮ ਚੀਜ਼ਾਂ ਐਸੀਆਂ ਸਨ ਜਿਹੜੀਆਂ ਕਿ ਅਸੀਂ ਚਾਹੁੰਦੇ ਸੀ ਵੀ ਬੜੂ ਸਾਹਿਬ ਦੀਆਂ ਸੰਗਤਾਂ ਤੱਕ ਦਰਸਾਈਆਂ ਜਾਣ। ਸੋ ਅਸੀਂ ਅੱਜ ਇੱਕ ਐਸਾ ਪ੍ਰੋਜੈਕਟ ਆਪ ਜੀ ਨੂੰ ਦਿਖਾ ਰਹੇ ਹਾਂ ਜੋ 3 ਤਰ੍ਹਾਂ ਦੀ ਵੇਸਟ ਹੈਗੀ ਹੈ, ਸਾਡੇ ਬੜੂ ਸਾਹਿਬ ਦੇ ਕੰਪਲੈਕਸ ਵਿੱਚੋਂ ਨਿਕਲਦੀ ਹੈ। ਉਸ ਨੂੰ ਅਸੀਂ ਕੀ ਕਰਦੇ ਹਾਂ, ਆਪ ਜੀ ਹੈਰਾਨ ਹੋਵੋਗੇ। ਅਸੀਂ ਕੂੜੇ ਨੂੰ ਇਕੱਤਰ ਕਰਨਾ ਸਾਡਾ ਇੱਕ ਫਰਜ਼ ਹੈ, ਸਾਰਿਆਂ ਦਾ ਹੀ ਧਰਮ ਬਣਦਾ ਹੈ। ਉਸ ਕੂੜੇ ਤੋਂ ਆਮਦਨ ਲੈ ਲੈਣਾ, ਉਸ ਕੂੜੇ ਦੇ ਢੇਰ ਇਸ ਸੁੰਦਰਤਾ ਦੇ ਵਿੱਚ ਖਿਲਾਰ ਦੇਣਾ, ਦੋ ਪਹਿਲੂ ਵੱਖਰੇ ਵੱਖਰੇ ਹਨ। ਇੱਕ ਤਾਂ ਉਸ ਕੂੜੇ ਨੂੰ ਕਿਸੇ ਜਗ੍ਹਾ ਤੇ ਢੇਰ ਲਗਾ ਦੇਣਾ ਤੇ ਉਹ ਗੰਦਗੀ ਦਾ ਢੇਰ ਬਣ ਜਾਣਾ। ਇੱਕ ਸੁੰਦਰ ਪਹਾੜ ਦੇ ਵਿੱਚ ਅਸੀਂ ਉਸ ਤੋਂ ਹਟ ਕੇ ਉਸ ਸੁੰਦਰ ਪਹਾੜ ਨੂੰ ਹੋਰ ਸੁੰਦਰ ਬਣਾਉਣ ਲਈ, ਇਸ ਕਾਇਨਾਤ ਨੂੰ ਜੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਨੂੰ ਹੋਰ ਸੁੰਦਰ ਬਣਾਉਣ ਲਈ ਅਸੀਂ ਉਸ ਕੂੜੇ ਨੂੰ ਇਕੱਤਰ ਕਰਕੇ ਉਸ ਨੂੰ ਮੈਡੀਕਲੀ ਟ੍ਰੀਟਮੈਂਟ ਕਰਕੇ ਉਸ ਨੂੰ ਰੀਸਾਈਕਲਿੰਗ ਵਿੱਚ ਲੈ ਕੇ ਜਾਂਦੇ ਹਾਂ, ਜਿਸ ਤੋਂ ਸੰਸਥਾ ਦੇ ਬਹੁਤ ਕਾਜ ਉਸ ਤੋਂ ਹੁੰਦੇ ਹਨ। ਇੱਕ ਤਾਂ ਜਿੰਨੀ 130 ਅਕਾਲ ਅਕੈਡਮੀਆਂ ਯੂਨੀਵਰਸਿਟੀਆਂ ਦੀ ਫਾਈਲ ਹੈ, ਕਰਾਫਟ ਪੇਪਰ ਹਨ, ਡਰਾਇੰਗ ਪੇਪਰ ਹਨ, ਇਹ ਸਾਰੇ ਦੇ ਸਾਰੇ ਬੈਗਸ ਹਨ, ਇਹ ਉਸ ਕੂੜੇ ਦੀ ਕਰਾਮਾਤ ਤੋਂ ਬਣਦੇ ਹਨ। ਦੂਸਰਾ, ਅਸੀਂ ਇਸ ਕੂੜੇ ਦੇ ਵਿੱਚੋਂ ਲਗਭਗ 17 ਆਈਟਮਾਂ ਕੱਢ ਕੇ ਉਸ ਨੂੰ ਰੀਸਾਈਕਲਿੰਗ ਕਰਦੇ ਹਾਂ, ਵੇਚ ਦਿੰਦੇ ਹਾਂ। ਮੁੱਕਦੀ ਗੱਲ ਵੀ ਸਾਡੇ ਜਿੰਨੇ ਵੀ ਹਾਊਸਕੀਪਿੰਗ ਦੇ ਸੇਵਾ ਵਿੱਚ ਲੱਗੇ ਵਰਕਰ ਜਿਨ੍ਹਾਂ ਨੂੰ ਅਸੀਂ ਤਨਖਾਹਾਂ ਦਿੰਦੇ ਹਾਂ, ਉਹਨਾਂ ਦੀਆਂ ਸਾਰਿਆਂ ਦੀਆਂ ਤਨਖਾਹਾਂ ਕੱਢ ਕੇ ਸਾਨੂੰ ਆਮਦਨ ਦਾ ਸਾਧਨ ਵੀ ਉਹ ਕੂੜਾ ਬਣਿਆ ਹੋਇਆ ਹੈ। ਉੱਥੋਂ ਸਾਨੂੰ ਇਸ ਗੁਰੂ ਘਰ ਦੀ ਸੇਵਾ ਲਈ ਪੈਸੇ ਵੀ ਮਿਲਦੇ ਹਨ। ਸੋ ਇਸ ਇਕੱਲਾ ਸਾਡੇ ਵਾਸਤੇ ਨਹੀਂ, ਇਸ ਕਾਰੋਬਾਰ ਕਰਨ ਨਾਲ, ਇਸ ਤਕਨੀਕ ਨੂੰ ਅੱਛਾ ਕਰਨ ਨਾਲ ਜਿਹੜੀ ਬੜੂ ਸਾਹਿਬ ਦੀ ਧਰਤੀ ਹੈ, ਜੋ ਬੜੂ ਸਾਹਿਬ ਦੀ ਪੰਚਾਇਤ ਹੈ, ਉਸ ਨੇ ਰਾਸ਼ਟਰਪਤੀ ਅਵਾਰਡ, ਸਟੇਟ ਅਵਾਰਡ ਫਸਟ ਦੇ ਔਰ ਨੈਸ਼ਨਲ ਅਵਾਰਡ, ਇੰਟਰਨੈਸ਼ਨਲ ਅਵਾਰਡ ਵੀ ਜਿੱਤੇ ਹਨ। ਸੋ ਇਹ ਇੱਕ ਬੜੂ ਸਾਹਿਬ ਦੀ ਜਿਹੜੀ ਪੰਚਾਇਤ ਹੈ, ਇੱਕ ਜਿਹੜੀ ਪ੍ਰਣਾਲੀ ਹੈ ਸਰਕਾਰ ਦੀ, ਉਸ ਦੇ ਵਿੱਚ ਪੰਚਾਇਤ ਦੇ ਥਰੂ ਸਾਰਾ ਸਿਸਟਮ ਚੱਲਦਾ ਹੈ। ਸੋ ਇਸ ਪੰਚਾਇਤ ਨੇ ਪੂਰੇ ਸਟੇਟ ਦੀਆਂ 3345 ਪੰਚਾਇਤਾਂ ਦੇ ਵਿੱਚੋਂ ਫਸਟ ਆਈ ਹੈ। ਜੋ ਹੁਣ ਤੱਕ ਲਗਭਗ ਜੋ ਇਹਦੀ ਪੰਚਾਇਤ ਹੈ ਬੜੂ ਸਾਹਿਬ ਦੀ, ਉਹ 23 ਲੱਖ ਰੁਪਇਆ ਇਨਾਮ ਕੂੜੇ ਔਰ ਸਫਾਈ ਔਰ ਗਰੀਨਰੀ ਤੋਂ ਲੈ ਚੁੱਕੀ ਹੈ, ਜੋ ਕਿ ਇਹ ਇੱਕ ਪੰਚਾਇਤ ਦੇ ਕਾਰਜ ਦੇ ਵਿੱਚੋਂ ਪੈਸਾ ਖਰਚ ਹੋਇਆ ਹੈ, ਪੈਸਾ ਮਿਲਿਆ ਹੈ ਪੰਚਾਇਤ ਨੂੰ। ਸੋ ਇਹੋ ਜਿਹੇ ਜਿਹੜੇ ਉੱਤੇ ਜਾਣਾ, ਇਹੋ ਜਿਹੇ ਜਿਹੜੇ ਕਾਜ ਹਨ, ਆਪਾਂ ਜੇ ਸਾਰੇ ਰਲ ਮਿਲ ਕੇ ਕਰੀਏ, ਸਾਰੀਆਂ ਸੰਸਥਾਵਾਂ ਕਰਨ, ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਅਸੀਂ ਜਦੋਂ ਪਹਿਲੋਂ ਸ਼ੁਰੂ ਤੋਂ ਵਿੱਚ ਲੰਗਰ ਦਾ ਖਰਚ ਕਰਦੇ ਸੀ ਤਾਂ ਸਾਡੇ ਸਿਲੰਡਰਾਂ ਤੋਂ ਲਗਭਗ 65-70 ਹਜ਼ਾਰ ਰੁਪਇਆ ਰੋਜ਼ ਗੈਸ ਲੱਗਦੀ ਸੀ।
ਉਹ ਅਸੀਂ ਨਵੀਂ ਟੈਕਨੀਕ 'ਚ ਆਏ, ਸੋਲਰ ਵਿੱਚ ਤਬਦੀਲ ਹੋਏ, ਸੋਲਰ ਤੋਂ ਕਿਚਨ ਦਾ ਕੰਮ ਸ਼ੁਰੂ ਕੀਤਾ ਤਾਂ ਉਹ ਸਾਡਾ ਖਰਚ ਜੋ ਬੜੂ ਸਾਹਿਬ ਦਾ ਡੇਲੀ ਦਾ ਖਰਚ ਲਗਭਗ 23,000 ਰੁਪਇਆ ਪਰ ਡੇ ਆਉਣਾ ਸ਼ੁਰੂ ਹੋ ਗਿਆ ਡੀਜ਼ਲ ਔਰ ਸੋਲਰ ਨਾਲ। ਅੱਗੇ ਟੈਕਨੀਕ ਵਧੀ, ਹੋਰ ਮਹਾਂਪੁਰਸ਼ਾਂ ਨੇ ਮਤ ਸਮਤ ਬਖਸ਼ੀ। ਸੋ ਜੋ ਅੱਜ ਜਿਸ ਟੈਕਨੀਕ 'ਚ ਅਸੀਂ ਪਹੁੰਚੇ ਹਾਂ, ਪੂਰੀ ਬੜੂ ਸਾਹਿਬ ਦੇ ਕੰਪਲੈਕਸ ਦੀ ਪਾਣੀ ਗਰਮ ਕਰਨਾ, ਖਾਣਾ ਬਣਾਉਣਾ, ਲਗਭਗ 5,000 ਰੁਪਏ ਦਾ ਖਰਚ ਰਹਿ ਗਿਆ ਹੈ। ਅੱਛਾ, ਹਾਂਜੀ, 65-70 ਹਜ਼ਾਰ ਤੋਂ ਅਸੀਂ 5,000 ਤੇ ਪਹੁੰਚ ਗਏ ਹਾਂ ਜੀ। ਵਾਹ, ਆ ਪਹੁੰਚੇ ਹਾਂ। ਸੋ ਗੁਰੂ ਪਿਆਰਿਓ, ਤੁਹਾਡੀਆਂ ਸੰਗਤਾਂ ਦੇ ਦਰਸ਼ਨਯੋਗ ਹੈ। ਸ਼੍ਰੋਮਣੀ ਕਮੇਟੀ, ਹੋਰ ਵੀ ਵੱਡੀਆਂ ਵੱਡੀਆਂ ਸੰਸਥਾਵਾਂ, ਪੂਰੀਆਂ ਹੋਰ ਨਜ਼ਦੀਕ ਦੀਆਂ ਜਿੰਨੀਆਂ ਵੀ ਸਟੇਟਾਂ ਨੇ ਦੂਰ ਦਰਾਡੇ ਤੋਂ, ਇਹੋ ਜਿਹੇ ਕਾਰਜ ਸਪੈਸ਼ਲ ਟੂਰ ਬਣਾ ਕੇ ਗੌਰਮੈਂਟ ਭੇਜਦੀ ਹੈ ਵੀ ਤੁਸੀਂ ਬੜੂ ਸਾਹਿਬ ਨੂੰ ਦੇਖ ਕੇ ਆਓ, ਉਹ ਕੀ ਚੀਜ਼ ਹੈ। ਜਿਹੜੀਆਂ ਪੰਚਾਇਤਾਂ ਵੀ ਇੰਨੀਆਂ ਸਾਫ ਸੁਥਰੀਆਂ ਹੋ ਸਕਦੀਆਂ ਹਨ, ਸੰਸਥਾਵਾਂ ਸਾਫ ਸੁਥਰੀਆਂ ਹੋ ਸਕਦੀਆਂ ਹਨ। ਅਸੀਂ ਇੱਕ ਬਹੁਤ ਵੱਡਾ ਕਾਜ ਹੋਰ ਕੀਤਾ, ਜਿੰਦੇ ਨਾਲ ਸਾਡੇ ਢਾਬੇ ਔਰ ਹੋਟਲ ਔਰ ਲੰਗਰਾਂ ਤੋਂ ਨਿਕਲੀ ਹੋਈ ਵੇਸਟ, ਜੇ ਅਸੀਂ ਉਹਨੂੰ ਬੜੇ ਸੁਚੱਜੇ ਢੰਗ ਨਾਲ ਸੰਭਾਲ ਲਈਏ ਤੇ ਸਾਡੀਆਂ ਨਦੀਆਂ, ਨਾਲੇ, ਦਰਿਆ ਕਦੇ ਵੀ ਗੰਦੇ ਨਹੀਂ ਹੋ ਸਕਦੇ। ਔਰ ਜਿਹੜੋ ਸਾਡੇ ਸਿਵਰ ਦੇ ਹੈਗੇ ਨੇ ਪਾਣੀ, ਵੇਸਟ ਪਾਣੀ, ਅਸੀਂ ਉਹਨਾਂ ਨੂੰ ਬੜੀ ਆਸਾਨੀ ਨਾਲ ਸਾਫ਼ ਕਰਕੇ ਆਪਣੀ ਵਰਤੋਂ 'ਚ ਲਿਆ ਸਕਦੇ ਹਾਂ। ਉਹ ਵੀ ਇੱਕ ਬਹੁਤ ਹੀ ਸੁੰਦਰ ਬੜੂ ਸਾਹਿਬ ਬੜੀ ਅੱਛੀ ਟੈਕਨੀਕ ਨਾਲ ਸਿਵਰ ਟ੍ਰੀਟਮੈਂਟ ਪਲਾਂਟ ਦਾ ਪਾਣੀ ਸਾਫ਼ ਕਰਨ ਦਾ ਜੋ ਤਰੀਕਾ ਹੈ, ਉਹ ਵੀ ਅਸੀਂ ਆਪ ਜੀ ਨੂੰ ਦਰਸਾਵਾਂਗੇ। ਆਪ ਜੀ ਹੈਰਾਨ ਹੋਵੋਗੇ। ਅਸੀਂ 15 ਲੀਟਰ ਲਗਭਗ, ਸੰਗਤ ਦੀ ਬਾਤ ਕਾਰਨ ਨਾਲ ਵੱਧਦਾ ਘਟਦਾ ਰਹਿੰਦਾ ਹੈ, ਅਸੀਂ ਉਹਦਾ ਜੋ ਅਸੀਂ ਘਿਓ ਵਰਤਦੇ ਹਾਂ, ਤੇਲ ਵਰਤਦੇ ਹਾਂ, ਕਨੋਲਾ ਆਇਲ ਵਰਤਦੇ ਹਾਂ, ਉਹਨਾਂ ਨੂੰ ਅਸੀਂ ਵਾਪਸ ਜੂਠ ਦੇ ਵਿੱਚੋਂ ਕੱਢ ਲੈਂਦੇ ਹਾਂ। ਮਤਲਬ ਕਿ ਜਿਹਦੇ ਨਾਲ ਸਾਡੀ, ਜੇ ਇਹਨੂੰ ਬੜੀ ਡੈਫਥ 'ਚ ਅਸੀਂ ਗਹਿਰਾਈ 'ਚ ਜਾਈਏ ਤੇ ਸਾਡੇ ਸਿਵਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਜੇ ਥਿੰਦਾ ਚਲਾ ਜਾਏ, ਤੇਲ ਚਲਾ ਜਾਏ, ਤੇ ਜਿਹੜਾ ਉਹਦਾ ਬੈਕਟੀਰੀਆ ਹੈ ਉਹ ਮਰ ਜਾਂਦਾ ਹੈ। ਜਿਹਦੇ ਸਫਾਈ ਕਰਨੀ, ਜਿੰਨੇ ਸਫਾਈ ਕਰਨੀ। ਸੋ ਸਾਡੀਆਂ ਨਾਲੀਆਂ, ਨਾਲੇ, ਦਰਿਆ, ਕੂਲਾਂ ਗੰਦੀਆਂ ਰਹਿਣ ਦਾ ਕਾਰਨ ਇਹ ਹੈ ਵੀ ਸਾਡਾ ਜਿਹੜਾ ਪਾਣੀ ਹੈ ਉਸ ਵਿੱਚ ਸਾਡਾ ਥਿੰਦਾ ਜਾ ਰਿਹਾ ਹੈ, ਆਇਲ ਜਾ ਰਿਹਾ ਹੈ, ਘਿਓ ਜਾ ਰਿਹਾ ਹੈ, ਤੇ ਉਹਦੇ ਨਾਲ ਸਾਡਾ ਉਹ ਦਰਿਆ ਗੰਦੇ ਹੋਈ ਜਾ ਰਹੇ ਨੇ। ਤੇ ਸਾਡੇ ਜਿਹੜੇ ਉੱਥੋਂ ਦੇ ਜੀਵ ਜੰਤੂ ਨੇ ਜਿਨ੍ਹਾਂ ਨੇ ਉਹਨੂੰ ਸਾਫ਼ ਕਰਨਾ ਸੀ, ਉਹ ਉੱਥੇ ਮਰਦੇ ਜਾ ਰਹੇ ਨੇ ਤੇ ਸਮੈਲ ਦਾ ਘਰ ਬਣਦਾ ਜਾ ਰਿਹਾ ਹੈ। ਸੋ ਇਸੇ ਤਰ੍ਹਾਂ ਹੀ ਆਪਾਂ ਉਹ ਵੀ ਦੇਖਾਂਗੇ ਵੀ ਉਹ ਵੀ ਇੱਕ ਐਸੀ ਟੈਕਨੀਕ ਬੜੇ ਸਸਤੇ ਦਾਮ ਨਾਲ, ਸਸਤੀ ਪੈਸਿਆਂ ਨਾਲ ਬਣਾਈ ਗਈ ਹੈ, ਜਿਹਦੇ ਨਾਲ ਅਸੀਂ ਬਹੁਤ ਹੀ ਸੁਖੀ ਹਾਂ। ਬੜਾ ਹੀ ਸੁੰਦਰ, ਸਮੈਲ ਬਿਲਕੁਲ ਖਤਮ, ਜ਼ੀਰੋ, ਪੈਸੇ ਦਾ ਕੋਈ ਬਹੁਤਾ ਨਹੀਂ ਹੈਗਾ। ਸੋ ਇਸ ਕਰਕੇ ਅਸੀਂ ਫੂਡ ਵੇਸਟ, ਸਿਵਰ ਵੇਸਟ ਔਰ ਸਾਡਾ ਕਚਰਾ ਵੇਸਟ, ਜੋ ਕੂੜਾ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਇਹ ਤਿੰਨ ਵੇਸਟ ਬੜੂ ਸਾਹਿਬ ਦੀ ਧਰਤੀ ਤੇ ਜ਼ਮੀਨ ਤੇ ਨਹੀਂ ਸਿੱਟੇ ਜਾਂਦੇ। ਇਹ ਤਿੰਨੋਂ ਵੇਸਟ ਰੀਸਾਈਕਲਿੰਗ ਹੁੰਦੇ ਨੇ, ਔਰ ਤਿੰਨਾਂ ਵੇਸਟ ਨੂੰ ਅਸੀਂ ਰਾਤ ਸ਼ਾਮ ਪੈਣ ਤੇ ਉਹ ਇੱਕ ਪੂਰੇ 24 ਘੰਟਿਆਂ ਦਾ ਜਿਹੜਾ ਸਾਡਾ ਹੈ ਸਾਰਾ ਵੇਸਟ, ਇਹਨੂੰ ਅਸੀਂ ਖਤਮ ਕਰ ਦਿੰਦੇ ਹਾਂ। ਖਤਮ ਕਰਕੇ ਵਰਤੋਂ ਦੇ ਵਿੱਚ ਲੈ ਆਣੇ ਹਾਂ, ਜਿਹਦੇ ਨਾਲ ਨਾ ਸਾਡੇ ਨਾਲੇ ਗੰਦੇ, ਨਾ ਸਾਡਾ ਜੀਵ ਜੰਤੂ ਨੂੰ ਕੋਈ ਤਕਲੀਫ, ਤੇ ਨਾ ਔਰ ਹਰਾ ਭਰਾ ਸਾਡਾ ਜਿਹੜਾ ਵਾਤਾਵਰਨ। ਸੋ ਆਪਾਂ ਇੱਕ ਚੀਜ਼ ਪਹਿਲੋਂ ਅੱਜ ਦੇਖਣ ਲਈ ਪਹੁੰਚ ਚੁੱਕੇ ਹਾਂ। ਇਹਨੂੰ ਅਸੀਂ ਜਿਹੜਾ ਹੈਗਾ ਇਹ ਸਾਡਾ ਜਿਹੜਾ ਵੇਸਟ ਪਲਾਂਟ ਹੈਗਾ ਤੇ ਇਹ ਅਸੀਂ ਦਿਖਾਉਣ ਲੱਗੇ ਹਾਂ। ਇੱਥੇ ਤਕਰੀਬਨ ਹਿੰਦੁਸਤਾਨ ਦੀਆਂ ਅੱਧੀਆਂ ਸਟੇਟਾਂ ਜ਼ਰੂਰ ਦੇਖ ਚੁੱਕੀਆਂ ਹਨ, DC ਔਰ BDO ਔਰ ਇਹ ਤਾਂ ਪਤਾ ਨਹੀਂ ਕਿੰਨਾ ਹੀ ਆ ਚੁੱਕੇ ਹੋਣਗੇ। ਤੇ ਇਹ ਅਸੀਂ ਆਪ ਜੀ ਨੂੰ ਦੱਸਦੇ ਹਾਂ। ਆਓ ਆਪਾਂ ਇਸ ਨੂੰ ਵੇਖੀਏ। ਆਓ ਤਾਂ ਪਿਆਰੇ ਸੰਗਤੋ, ਬਹੁਤ ਵਿਸਥਾਰ ਨਾਲ ਕਾਕਾ ਵੀਰ ਜੀ ਨੇ ਸਮਝਾਇਆ। ਆਓ ਅਸੀਂ ਪਹਿਲਾਂ ਜਿਹੜਾ ਵੇਸਟ ਮੈਨੇਜਮੈਂਟ ਪਲਾਂਟ ਹੈ, ਅਕਾਲ ਵੇਸਟ ਮੈਨੇਜਮੈਂਟ ਪਲਾਂਟ,
ਇਸ ਦੇ ਦਰਸ਼ਨ ਕਰਦੇ ਹਾਂ। ਤਕਨੀਕੀ ਤੌਰ ਦੇ ਉੱਤੇ ਜਾਣਾਂਗੇ ਕਿਉਂਕਿ ਵਿਗਿਆਨਕ ਪਹਿਲੂ ਬਹੁਤ ਨੇ। ਕਾਕਾ ਵੀਰ ਜੀ ਵਿਗਿਆਨਕ ਤੌਰ ਦੇ ਉੱਤੇ ਬਹੁਤ ਜਾਗਰੂਕ ਨੇ, ਟੈਕਨੀਕਲ ਤੌਰ ਦੇ ਉੱਤੇ ਬਹੁਤ ਜਾਗਰੂਕ ਨੇ। ਆਓ ਇਸ ਦੇ ਤਕਨੀਕੀ ਪੱਖਾਂ ਨੂੰ ਜਾਣਦੇ ਹਾਂ ਔਰ ਦੇਖਦੇ ਹਾਂ ਕਿ ਸਮਾਜ ਨੂੰ ਔਰ ਵਾਤਾਵਰਨ ਨੂੰ ਇਸ ਦਾ ਫਾਇਦਾ ਕਿਵੇਂ ਹੋਏਗਾ ਔਰ ਕਿੰਨਾ ਕੁ ਫਾਇਦਾ ਜਿਹੜਾ ਹੈ ਉਹ ਬੜੂ ਸਾਹਿਬ ਦੀ ਧਰਤੀ ਦੇ ਉੱਤੋਂ ਵਾਤਾਵਰਨ ਨੂੰ ਬਚਾਉਣ ਦੇ ਲਈ ਕੀਤਾ ਜਾ ਰਿਹਾ। ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਕੁਝ ਵਿਗਿਆਨਕ ਹੈ, ਮਕੈਨੀਕਲ ਹੈ, ਟੈਕਨੀਕਲ ਹੈ ਔਰ ਕਾਕਾ ਵੀਰ ਜੀ ਬਹੁਤ ਤਕਨੀਕੀ ਤਰੀਕੇ ਨਾਲ ਚੀਜ਼ਾਂ ਦੀ ਗਹਿਰਾਈ ਦੇ ਵਿੱਚ ਜਾਂਦੇ ਆ। ਉਸੇ ਗਹਿਰਾਈ ਦੇ ਵਿੱਚੋਂ ਸਮਝਾਂਗੇ ਜਿਵੇਂ ਜਿਵੇਂ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਬਲਿਹਾਰੇ ਕੁਦਰਤ ਵਸਤੇ ਤੇਰਾ ਅੰਤ ਨਾ ਜਾਏ ਲਖਿਆ। ਹੁਣ ਜਦੋਂ ਕੁਦਰਤ ਦੀ ਗੱਲ ਆਉਂਦੀ ਹੈ ਤਾਂ ਫਿਰ ਕੁਦਰਤ ਨਾਲ ਛੇੜਛਾੜ ਦੀ ਗੱਲ ਤਾਂ ਯਕੀਨਨ ਅਸੀਂ ਮਨੁੱਖਾਂ ਨੇ ਸਿਰੇ ਹੀ ਲਾਤੀ ਹੈ। ਤਾਂ ਕੁਦਰਤ ਵੀ ਹੁਣ ਫਿਰ ਸਾਡੇ ਤੋਂ ਉਵੇਂ ਹੀ ਬਦਲੇ ਲੈਣੇ ਸ਼ੁਰੂ ਕਰਦੀ ਹੈ। ਪਰ ਕੁਦਰਤ ਨਾਲ ਇੱਕ ਸੁਰ ਕਿਵੇਂ ਹੋਣਾ, ਇੱਕਮਿਕ ਕਿਵੇਂ ਹੋਣਾ, ਆਓ ਇਸ ਜਿਹੜਾ ਵੇਸਟ ਮੈਨੇਜਮੈਂਟ ਪਲਾਂਟ ਹੈ ਇਹਦੇ ਵਿੱਚੋਂ ਤਕਨੀਕੀ ਤੌਰ ਦੇ ਉੱਤੇ ਸਮਝਾਂਗੇ, ਜਾਣਾਂਗੇ। ਜੀ ਸਰ, ਜਾਣਕਾਰੀ ਦਿਓ ਵੀਰ ਜੀ, ਕਿਵੇਂ ਹੈ ਸਾਰਾ ਕੁਝ? ਇਹ ਹੈ ਜੀ, ਅਸੀਂ ਜਿੰਨਾ ਵੀ ਕੂੜਾ ਹੈ ਉਸ ਨੂੰ ਇੱਕ ਸਵੱਛ ਭਾਰਤ ਦੇ ਤਹਿਤ ਗੱਡੀ ਦੇ ਵਿੱਚ, ਬੰਦ ਗੱਡੀ ਵਿੱਚ, ਉੱਥੇ ਡਸਟਬਿਨ ਨੇ, ਵੱਡੇ ਡਸਟਬਿਨਾਂ ਤੋਂ ਬਾਅਦ ਅਸੀਂ ਇੱਥੇ ਲੈ ਆਉਣੇ ਹਾਂ। ਇਹ ਕੂੜਾ ਸਾਡਾ ਲਗਭਗ 1500 ਕੇਜੀ ਹਰ ਰੋਜ਼ ਦਾ ਹੁੰਦਾ। ਇਹ 1500 ਕੇਜੀ ਦਾ ਕੂੜੇ ਨੂੰ ਅਸੀਂ ਪਹਿਲੋਂ ਸਪਰੇਅ ਕਰਦੇ ਹਾਂ, ਟ੍ਰੀਟਮੈਂਟ ਲੈਂਦੇ ਹਾਂ ਤਾਂ ਕਿ ਜਿਹੜੇ ਇਹਨੂੰ ਇੱਥੇ ਕੰਮ ਕਰਨ ਵਾਲੇ ਵਰਕਰ ਨੇ ਇਹਨਾਂ ਤੇ ਕੋਈ ਇਫੈਕਟ ਨਾ ਆਵੇ ਨੈਗੇਟਿਵ। ਸੋ ਇਹਨੂੰ ਮੈਡੀਕਲੀ ਟ੍ਰੀਟਮੈਂਟ ਕੀਤਾ ਜਾਂਦਾ ਹੈ। ਫਿਰ ਇਹਨੂੰ ਅਸੀਂ ਛੰਟਾਈ ਕਰਦੇ ਹਾਂ। ਛੰਟਾਈ ਕਰਨ ਤੋਂ ਬਾਅਦ ਅਸੀਂ ਇਹਦੇ ਚੋਂ 17 ਚੀਜ਼ਾਂ ਕੱਢ ਲੈਂਦੇ ਹਾਂ। ਇਹ ਸ਼ਿਮਲੇ ਤੋਂ ਸਾਨੂੰ ਸਰਕਾਰੀ ਅਦਾਰੇ ਤੋਂ ਆਇਆ ਵੀ ਸਾਨੂੰ ਇਹਦਾ ਪੇਪਰ ਬਣਾ ਕੇ ਦੇ ਦਿਓ। ਅੱਛਾ, ਉਹ ਸਾਨੂੰ ਆਰਡਰ ਕਰਦੇ ਨੇ ਜੀ? ਸਾਨੂੰ ਆਰਡਰ ਕਰਦੇ ਨੇ। ਸਾਨੂੰ ਇਹ ਸ਼ਿਮਲੇ ਤੋਂ ਜਿਹੜੀ ਰੱਦੀ ਹੈ ਇਹ ਇੱਕ ਸਰਕਾਰੀ ਡਿਪਾਰਟਮੈਂਟ ਦੀ ਰੱਦੀ ਹੈ, ਕਾਗਜ਼ ਬਣਨ ਵਾਲਾ ਗੱਤਾ ਬਣਾਉਣ ਲਈ ਭੇਜੀ ਗਈ ਹੈ ਵੀ ਇਹਦਾ ਗੱਤਾ ਬਣਾ ਕੇ ਵਾਪਸ ਦਿੱਤਾ ਜਾਏ। ਸੋ ਮੈਂ ਫਿਰ ਦੁਬਾਰਾ ਉੱਥੇ ਆਵਾਂ। ਇਹ ਜਿਵੇਂ ਹੁਣ ਇਹਦੇ ਰੈਪਰ ਨਿਕਲ ਗਏ ਨੇ, ਇਹ ਕੂੜੇ ਚੋਂ ਨਿਕਲੇ ਨੇ, ਇਹ ਪ੍ਰੈਸ ਚੋਂ ਇਹਨੂੰ ਪੱਤੀ ਲੱਗ ਗਈ ਹੈ, ਆ ਪੱਤੀ ਲੱਗੀ ਹੋਈ ਹੈ ਜੀ, ਬੰਦ ਮਤਲਬ ਪੈਕ ਹੋ ਗਏ ਨੇ। ਇਸ ਤਰ੍ਹਾਂ ਹੀ ਇਹ ਮੋਮਜਾਮਾ ਨਿਕਲ ਗਿਆ। ਇਹਦੀ ਜਿਹੜੀ ਕੀਮਤ ਮਾਰਕੀਟ ਦੇ ਵਿੱਚ ਹੈ ਇਹ ਕੋਈ 20 ਰੁਪਏ ਕੇਜੀ ਹੈਗੀ। ਇਹਦੀ ਕੀਮਤ ਮਾਰਕੀਟ ਦੇ ਵਿੱਚ 60 ਰੁਪਏ ਕੇਜੀ ਹੈਗੀ। ਅਸੀਂ 60 ਰੁਪਏ ਕਿਲੋ ਇਹਨੂੰ ਬਾਹਰ ਵੇਚ ਰਹੇ ਹਾਂ। ਵੀ ਆ ਜਿਹੜੀ ਜਿਹੜਾ ਇਹ ਪਲਾਸਟਿਕ ਹੈ, ਵਾਈਟ ਪਲਾਸਟਿਕ ਜਿਹਨੂੰ ਅਸੀਂ ਕਹਿੰਦੇ ਹਾਂ। ਇਸ ਤਰ੍ਹਾਂ ਆ ਜਾਓ, ਇਹ ਗੱਤਾ ਹੈ। ਗੱਤੇ ਨੂੰ ਅਸੀਂ ਲਗਭਗ 18 ਤੋਂ 20 ਰੁਪਏ ਕੇਜੀ ਮਾਰਕੀਟ ਵਿੱਚ ਵੇਚ ਰਹੇ ਹਾਂ। ਇਹਨੂੰ ਅੱਗ ਵੀ ਲਗਾਈ ਜਾਂਦੀ ਹੈ, ਸਾਰੇ ਚੀਜ਼ ਨੂੰ ਅੱਗ ਵੀ ਲਗਾ ਸਕਦੇ ਹਾਂ, ਪੋਲਿਊਸ਼ਨ ਵੱਧ ਜਾਏਗਾ ਤੇ ਹੋਰ ਗੈਸਿਸ ਨਿਕਲਣਗੀਆਂ। ਸੋ ਇਸ ਤਰ੍ਹਾਂ ਇਹ ਗੱਤਾ ਨਿਕਲ ਆਇਆ। ਅੱਗੇ ਆਓ, ਆਪਾਂ ਇਹ ਸਾਡਾ ਕਾਗਜ਼, ਇਹ ਕਾਗਜ਼ ਕਿਹੜਾ ਕਾਗਜ਼ ਹੈ? ਇਹ ਅਖਬਾਰ ਦਾ ਕਾਗਜ਼ ਤਾਂ ਹੈ ਪਰ ਇਹ ਕਚਰਾ ਕਾਗਜ਼ ਹੈ ਜਿਹੜਾ ਕਿ ਅਸੀਂ ਮਾਰਕੀਟ ਵਿੱਚ ਸੇਲ ਨਹੀਂ ਕਰ ਸਕਦੇ। ਅਸੀਂ ਕੂੜੇ ਤੋਂ ਜਿਹੜਾ ਬਿਲਕੁਲ ਛੋਟਾ ਕਾਗਜ਼ ਬਚ ਜਾਂਦਾ ਹੈ, ਇਹਦੀ ਅਸੀਂ ਦੱਸਾਂਗੇ ਜਿਹੜੀ ਪੂਰੀ ਸੰਸਥਾ, ਜਿਵੇਂ ਆਪ ਜੀ ਨੂੰ ਦੱਸ ਰਿਹਾ ਸਾਂ ਵੀ ਅਸੀਂ ਇਹਦੀ ਫਾਈਲਿੰਗ ਬਣਾਉਣੇ ਆ। ਫਾਈਲ ਇੱਥੋਂ ਬਣਦੀ ਹੈ, ਸੀਟ ਇੱਥੋਂ ਬਣਦੀਆਂ ਨੇ। ਇਹਦੇ ਨਾਲ ਫਿਰ ਬਹੁਤ ਪ੍ਰੋਡਕਟ ਸੰਸਥਾ ਦੀ ਵਰਤੋਂ ਲਈ ਬਣਦੇ ਹਨ। ਸੋ ਇਹ ਆ ਗਿਆ। ਅੱਗੇ ਆਪ ਜੀ ਦੇਖੋਗੇ ਉਹ ਬੋਤਲ ਆਈ ਪਈ ਹੈ, ਬੋਤਲ ਨਿਕਲ ਗਿਆ। ਅੱਗੇ ਜੁੱਤਾ, ਕੱਪੜਾ, ਇਸ ਜਿੱਥੇ ਦਿਖਾਣਾ ਇਹ ਹੁਣ ਇਹਦੀ ਬੰਨਿਆ ਪਿਆ, ਇਹ ਮਾਰਕੀਟ ਵਿੱਚ ਸੇਲ ਲਈ ਚਲਾ ਜਾਏਗਾ। ਡਾਈ ਨੇ ਪ੍ਰੈਸ ਕਰਤਾ, ਹੋ ਗਿਆ, ਇਹ ਇੱਕ ਰੈਪਰ ਹੋ ਗਿਆ। ਇਸ ਤਰ੍ਹਾਂ ਹੁਣ ਆਇਆ ਕੱਪੜਾ ਹੈ। ਕੱਪੜਾ ਵੀ ਅਸੀਂ ਇਹਨੂੰ ਸਾਰੇ ਨੂੰ ਵਰਤ ਲਾਂਗੇ ਇਹਦੇ 'ਚ, ਆਪਣੇ ਕਾਗਜ਼ 'ਚ ਇਹਨੂੰ ਮੈਸ਼, ਇਹਨੂੰ ਗ੍ਰਾਈਂਡ ਕਰ ਦਿਆਂਗੇ। ਗ੍ਰਾਈਂਡ ਕਰਕੇ ਜਿਹੜੀ ਸਾਡੀ ਫਾਈਲ ਦਾ ਕਾਗਜ਼ ਬਣ ਰਿਹਾ ਉਹਦੇ 'ਚ ਖਤਮ ਲਗਾ ਦਿੱਤਾ ਜਾਏਗਾ। ਸੋ ਟੂਥਪੋਸਟ, ਬੁਰਸ਼, ਚੱਪਲ, ਇਹ ਸਾਰੇ ਜੁੱਤੇ ਭਰੇ ਪਏ ਨੇ। ਤੋਂ ਕੱਚ ਦੀਆਂ ਬੋਤਲਾਂ ਭਰੀਆਂ ਪਈਆਂ ਨੇ, ਮਤਲਬ ਕੱਚ ਦੀਆਂ। ਇਹ ਹੁਣ ਸੇਲ ਲਈ ਚਲਾ ਜਾਏਗਾ। ਜਿਵੇਂ ਕਿ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਹੁਣ ਇਹ ਦੇਖੋ, ਇਹ ਤਾਂ ਹੁਣ ਸਾਡੀਆਂ ਬੋਤਲ ਦਾ ਇਹਨਾਂ ਨੇ ਲਾ ਰਹੇ ਨੇ, ਇਹ ਵਾਈਟ ਪਲਾਸਟਿਕ ਲਾ ਰਹੇ ਨੇ। ਇਹ ਹੁਣ ਜਿਵੇਂ ਦੂਸਰੀ ਇੱਕ ਪਲਾਸਟਿਕ ਹੈ ਮੈਡੀਸਨ ਦਾ ਹੈਗਾ, ਮੈਡੀਸਨ ਦਾ ਕਰ ਰਹੇ ਨੇ। ਇਹ ਹੁਣ ਇਹ ਦੇਖੋ, ਇਹ ਵਾਈਟ ਲੱਗ ਗਿਆ ਹੈ। ਇਹ ਉਹਦੇ ਕਾਗਜ਼ ਆ ਰਿਹਾ ਹੈ ਜਿਹੜਾ ਪਤਲਾ, ਕਿਉਂਕਿ ਅਖਬਾਰ ਸਾਡੀ ਉੱਥੇ ਹੀ ਰੁਕ ਜਾਂਦੀ ਹੈ, ਲਾਇਬ੍ਰੇਰੀ 'ਚ ਜਾਂ ਹੋਰ ਉੱਥੇ ਕਾਪੀ। ਸੋ ਇਸ ਤਰ੍ਹਾਂ ਇੱਥੇ ਬੁਰਸ਼ ਪੇਸਟ ਵੀ ਹੋਣਗੇ। ਇਹ ਦੇਖੋ ਹੁਣ ਕੱਚ ਆ ਗਿਆ, ਕੱਚ ਇੱਥੇ ਇਹਨਾਂ ਨੇ ਵੱਖਰਾ ਕਰ ਦਿੱਤਾ। ਸੋ ਇਸ ਤਰ੍ਹਾਂ ਬੇਟਾ ਬੁਰਸ਼ ਪੇਸਟ ਦੇਣਾ, ਬੁਰਸ਼ ਵਗੈਰਾ ਵੀ। ਸੋ ਕਹਿਣ ਦਾ ਭਾਵ ਕੋਈ ਵੀ ਚੀਜ਼ ਜਿਹੜੀ ਆ ਉਹ ਅਸੀਂ, ਕੋਈ ਵੀ ਚੀਜ਼ ਵੇਸਟ ਨਹੀਂ ਹੁੰਦੀ। ਔਰ ਹੈਰਾਨ ਹੋਵੋਗੇ ਵੀ ਅਸੀਂ ਜਿਹੜੇ ਸਾਡੇ ਟੂਥਪੇਸਟ ਦਾ ਖਾਲੀ ਕਵਰ ਹੈ ਉਹ ਸਾਡਾ ਤਕਰੀਬਨ 80 ਰੁਪਏ ਕਿਲੋ ਵਿਕ ਰਿਹਾ, ਕਿਉਂਕਿ ਉਹ ਐਲੂਮੀਨੀਅਮ ਹੈ। ਉਹ 80 ਰੁਪਏ ਲਿਆ। ਟੈਕਨੀਕਲੀ ਸਾਡੇ ਇੰਚਾਰਜ ਨੇ, ਇਹ ਤੁਹਾਨੂੰ ਦੱਸਦੇ ਨੇ ਵੀ ਕਿਹੜੇ ਕੈਮੀਕਲ ਨਾਲ ਅਸੀਂ ਇਹਨੂੰ ਸਾਰਾ ਟ੍ਰੀਟਮੈਂਟ ਕਰਦੇ। ਦੱਸੋ ਸ਼ੁਕਲਾ ਜੀ,
जी शुक्ला जी, ਇਹਦਾ टेक्निकल प्रोसेस की है? शुरुआत ऐसे करते हैं हम कि आप कुरकुरे के 10 रुपए की पैकेट आप मार्केट से खरीदते हैं, आपको खाने में 5 मिनट का समय लगेगा, लेकिन उसको ख़त्म होने में 500 साल का समय लगेगा। तो ऐसे ही हमारी जो अकाल वेस्ट मैनेजमेंट है जो बड़ू साहब में है, हम यहाँ जो सॉलिड वेस्ट मैनेजमेंट है, हमारे कॉम्प्लेक्स का जितना भी कूड़ा है उस कूड़े को हम यहाँ इकट्ठा करते हैं एक बंद ट्राली से। अभी हमारे पास ट्राली भी है, ट्राली भी आप देख लेंगे, बंद ट्राली से यहाँ लेके आते हैं, इसको डिसइंफेक्ट करते हैं हम। ताकि बंद इसलिए ताकि इन्फेक्शन ना हो, कोई स्मेल ना हो, एनवायरनमेंट फ्रेंडली रहे। इसके अंदर कुछ इंसेक्ट भी ऐसे आ जाते हैं जो एनवायरनमेंट में कूड़े के साथ बैठ के दोबारा इधर उधर फैलेंगे, उनको रोकने के लिए हम बंद ट्राली से यहाँ लेके आते हैं, इसको फिर डिसइंफेक्ट करते हैं। डिसइंफेक्ट किस केमिकल के साथ किया जाता है? वाश के साथ करते हैं, इंसेक्ट केमिकल है जिसके अंदर कोई मक्खी ऐसी चीज़ें हो, और हाइपोक्लोराइड के साथ हम इसको डिसइंफेक्ट करते हैं, जिससे हमारे जो लोग इसके अंदर इन्वॉल्व हैं, क्योंकि हमारे कैंपस में फिर दोबारा यही और काम में यूज होते हैं, तो फिर हमारे एरिया में इन्फेक्शन ना फैले। तो यहाँ पे हमारे पास 18 से 19 तरह का कचरा आता है। जैसे बायोडिग्रेडेबल वेस्ट है, टोटल हमारा न्यूज़पेपर है, कार्डबोर्ड है, स्क्रैप पेपर है, क्लॉथ है, वुड वेस्ट है, मिक्स वेस्ट है, सॉलिड प्लास्टिक है, प्लास्टिक बोटल्स है, कलर प्लास्टिक है, वाइट प्लास्टिक है। कुल मिला के सर आप देख लीजिए, हमारा जो कॉम्प्लेक्स है इसको हमने एक स्टोर मैनेजमेंट की तरह इसको मेंटेन किया हुआ है कि हमारे पास जो भी कूड़ा आ रहा है उससे हमें इनकम लेनी है। हमारी जो टीम काम कर रही है उस कूड़े से इनकम लेने की कोशिश करती है। अब 18 तरह का कूड़ा तो यहाँ आ गया, इसके बाद हमारे जो ग्राउंड लेवल पर, रूट लेवल पे जो हमने डस्टबिन लगा रखे हैं, वो 260 डस्टबिन हमने यहाँ पूरे कॉम्प्लेक्स में लगा रखे हैं। 260 में हमारे पास 70 डस्टबिन है जो सैनिटरी पैड डस्टबिन हमने लगा रखा है। तो डस्टबिन से हमारे पास कचरा यहाँ आता है, डिसइंफेक्ट करते हैं, उनके लिए फिर 18 तरह की केबिन बना रखी हैं। उन केबिनों में हम कूड़े को स्टोर करते जाते हैं। उसके बाद एक ज़बरदस्त ट्रिक यहाँ पे और आजमाई जाती है कि जो हमारा कचरा हम सेल करते हैं वो सारा कचरा हमारे ट्रांसपोर्ट से फ्री में जाता है। जैसे हम कोई आलू खरीदने जा रहे हैं तो यहाँ से हमारा कचरा वो लेके चली जाती है, हमारा ट्रांसपोर्ट का खर्चा भी जीरो रहे, ट्रांसपोर्ट खर्चा हमारा फ्री रहे। तो यहाँ पे जो आपको अभी थोड़ी देर बाद जो यहाँ कचरा बचेगा वो केवल बायोडिग्रेडेबल होगा, जो फूड वेस्ट होगा, जो प्लांट होगा, या ऐसा छोटा पेपर जो हाथ से हम जिसको पिक नहीं कर सकते, यहाँ बिल्कुल कचरा खत्म हो जाता है। यहाँ पे इस कॉम्प्लेक्स के अंदर हमने रिसाइकलिंग के लिए कुछ प्रोसेस स्टार्ट कर रखे हैं, जैसे प्लास्टिक से गमले बनाना, प्लास्टिक से ईंट बनाना, प्लास्टिक से टाइल्स बनाना, और इन पेपर से चार्ट बोर्ड और बाकी चीज़ें जो प्रोडक्शन भी हम खुद कर रहे हैं अपने यहाँ, जो गमले बनाने वाली टाइल्स बनाना। अच्छा, यहीं पे कर रहे हैं प्लास्टिक से। हमने जैसे कि आपको पहले ही बताया कि कुरकुरे को खाने में 5 मिनट का समय लगता है, लेकिन उसको खत्म होने में प्लास्टिक को बहुत समय लगता है। वो तो 50 साल में खत्म हो जी मेरे ख्याल से, ऐसे चीज़ है वो। तो हमने ही उस यहाँ पे इस कॉम्प्लेक्स में उस प्लास्टिक को दोबारा रीयूज कर रहे हैं, अलग अलग चीज़ों में, जैसे गमले हैं और चीज़ें यूज कर रहे हैं। शुक्रिया जी। ਇਹ ਹੁਣ ਬੁਰਸ਼ ਨੇ ਮਤਲਬ ਬ੍ਰਸ਼ ਆ ਗਏ ਪੁਰਾਣੇ ਦੋਸਤੋ, ਇਹ ਸਾਰੀਆਂ ਪੇਸਟ ਆ ਗਈਆਂ। ਢੇਰ ਸਾਰੇ ਬ੍ਰਸ਼ ਆ ਗਏ, ਜਿਹੜੇ ਵੇਸਟ, ਜਿਹੜੀ ਪੁਰਾਣੀ ਵੇਸਟ, ਇਹਦਾ ਮੈਂ ਦੱਸ ਰਿਹਾ ਸੀ ਵੀ 80 ਰੁਪਏ ਕਿਲੋ ਤੱਕ ਵੀ ਵਿਕਦਾ ਹੈ ਜੀ। ਇਹ ਸਾਡਾ ਟੁੱਥਪੇਸਟ ਸਾਜ ਜਾਂ ਕਰੀਮ ਦੀਆਂ ਫੇਸ ਵਾਸ਼ ਕਰੀਮਸ ਔਰ ਟੂਥਪੇਸਟ ਵਗੈਰਾ, ਉਹ ਜਿਹੜਾ ਵੀ ਸਾਰੀਆਂ ਆ ਗਈਆਂ। ਇਸ ਤਰ੍ਹਾਂ ਮਤਲਬ 17 ਆਈਟਮਾਂ ਨੇ ਟੋਟਲ, ਜਿਹੜੀਆਂ ਅਸੀਂ ਲੋਹਾ, ਅਲਮੂਨੀਅਮ, ਬੂਟ, ਕੱਪੜਾ, ਪੇਸਟ ਜਾਂ ਖਾਲੀ ਬੋਤਲਾਂ। ਇਹਦੇ ਨਾਲ ਅਸੀਂ ਜਦੋਂ ਆਪਾਂ ਆਰਥਿਕਤਾ ਦੀ ਗੱਲ ਕਰਦੇ ਹਾਂ, ਮੈਨੂੰ ਉਹ ਗੱਲ ਬੜੀ ਚੰਗੀ ਲੱਗੀ ਕਿ ਅਸੀਂ ਸਾਡੇ ਜਿਹੜੇ ਵਰਕਰ ਨੇ, ਅਸੀਂ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਵੀ ਇਹਦੇ ਵਿੱਚੋਂ ਜਨਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਨਰੇਟ ਕਰਕੇ ਸੇਵਿੰਗ ਕਰ ਰਹੇ ਹਾਂ। ਇਹਨਾਂ ਦੀਆਂ ਤਨਖਾਹਾਂ ਦੇ ਦਿੰਨੇ ਆ, ਤਨਖਾਹਾਂ ਤੋਂ ਬਾਅਦ ਫਿਰ ਪੈਸਾ ਬਚਦਾ ਹੈ ਜਿਹੜਾ ਅਸੀਂ ਹੋਰ ਕਾਰਜ ਲਈ ਵਰਤਦੇ ਹੈਗੇ ਆ, ਬੜੂ ਸਾਹਿਬ ਦੇ ਕਾਰਜਾਂ ਲਈ ਵਰਤਦੇ ਹੈਗੇ ਆ। ਤੇ ਇਹ ਸਾਡੀ ਪ੍ਰੈਸ ਹੈ, ਜਿਹੜਾ ਚਲਾਣਾ ਇਹਨੂੰ, ਇਹ ਪ੍ਰੈਸ ਹੈ ਜਿਹੜੀ ਅਸੀਂ ਸਾਰੀ ਚੀਜ਼ ਨੂੰ ਪ੍ਰੈਸ ਕਰਕੇ, ਵੱਡੀ ਕੰਪੈਸਿਟੀ ਦੀ ਪ੍ਰੈਸ ਹੈ। ਜੋ ਕੁਛ ਹੈ ਜਦੋਂ ਮਾਰਕੀਟ 'ਚ ਭੇਜਣਾ ਹੁੰਦਾ ਫਿਰ ਅਸੀਂ ਪ੍ਰੈਸ ਕਰਕੇ ਉਹਨੂੰ ਮਤਲਬ ਕਰਕੇ ਅਸੀਂ ਭੇਜਦੇ ਹਾਂ, ਪੈਕ ਕਰਕੇ ਰੈਪ ਕਰਕੇ ਭੇਜਦੇ ਹਾਂ, ਤਾਂ ਕਿ ਸਾਡੀ ਗੱਡੀ 'ਚ ਜ਼ਿਆਦਾ ਆ ਜਾਏ ਤੇ ਉੱਥੇ ਕੰਡੇ ਤੇ ਚੜ੍ਹ ਕੇ ਵੇਟ ਹੋ ਕੇ ਸਾਨੂੰ ਜ਼ਿਆਦਾ ਪੈਸਾ ਮਿਲ ਜਾਏ। ਸੋ ਇਹਦੇ 'ਚ ਅਸੀਂ ਪਾਈ ਜਾਂਦੇ ਹਾਂ। ਜਦੋਂ ਗੱਠ ਵੱਜ ਜਾਂਦੀ ਹੈ ਤੇ ਫਿਰ ਅਸੀਂ ਇਹਨੂੰ ਵਾਪਸ ਲੈ ਆਣੇ ਹੈਗੇ, ਮਤਲਬ ਲੋਡ ਵਾਸਤੇ ਜੀ। ਇਹੋ ਜਿਹੇ ਕਾਜ ਹੈਗੇ ਨੇ ਜਿਹੜੇ ਸੰਸਥਾ ਆਪ ਦੀ ਦਿੱਤੀ ਮਾਇਆ ਦੇ ਨਾਲ ਸੋਚ ਰੱਖ ਕੇ ਕੀਤਾ ਜਾ ਰਿਹਾ ਹੈ, ਤੇ ਇਹ ਅਸੀਂ ਇਹਦੇ ਨਾਲ ਪਾਉਨੇ ਆ ਤੇ ਪਾ ਕੇ ਇਹ ਪਾਓ ਇਹਦੇ 'ਚ। ਇਹਦੀ ਸ਼ੁਕਲਾ ਜੀ ਇੱਕ ਵਾਰੀ ਇਹਦੀ ਸੈਂਪਲਿੰਗ ਕਰਕੇ ਦਿਖਾਓ ਤਾਂ ਕਿ ਆਡੀਅנס ਨੂੰ, ਦਰਸ਼ਕਾਂ ਨੂੰ ਪਤਾ ਲੱਗੇ ਕਿ ਕਿਵੇਂ ਸਾਰੇ ਕਾਰਜ ਹੁੰਦੇ ਨੇ, ਔਰ ਜਿਨ੍ਹਾਂ ਨੇ ਉੱਥੋਂ ਦਸਵੰਧ ਕੱਢਣਾ ਹੈ ਉਹਨਾਂ ਨੂੰ ਇਹ ਗੱਲ ਤੇ ਮਾਣ ਹੋਵੇ, ਫਖਰ ਹੋਵੇ ਕਿ ਇਸ ਗੁਰੂ ਘਰ ਦੇ ਵਿੱਚ ਇਸ ਟਰਸਟ ਦੇ ਲਈ ਦਿੱਤਾ ਜਾ ਰਿਹਾ ਜਿਹੜਾ ਦਸਵੰਧ ਹੈ। ਇਹਨੂੰ ਲਗਾ ਲਓ ਔਰ ਪਾ ਕੇ ਦੁਬਾਰਾ ਲਗਾ ਲਓ ਨਾ, ਅਜੇ ਗੱਠ ਨਾ ਲਗਾਓ। ਤੇ ਜਿਹੜਾ ਇੱਕ ਮੈਨੂੰ ਸ਼ੁਕਲਾ ਜੀ ਨੇ ਦੱਸਿਆ ਕਿ ਜਿਹੜਾ ਸਾਡਾ ਪਲਾਸਟਿਕ ਹੈ, ਅਸੀਂ ਉਸ ਪਲਾਸਟਿਕ ਨੂੰ ਰੀਸਾਈਕਲ ਰੀਯੂਜ਼ ਕਰਕੇ ਗਮਲੇ ਤੇ ਉਹ ਟਾਈਲਾਂ ਵਗੈਰਾ ਜੀ
ਸੋ ਇਹ ਵੱਡੀ ਗੱਠ ਵੀ ਬਣ ਜਾਂਦੀ ਹੈ, ਛੋਟੀ ਵੀ ਬਣ ਜਾਂਦੀ ਹੈ, ਜਸਟ ਆਪਾਂ ਹੁਣ ਆਈਡੀਆ ਬਿਲਕੁਲ। ਸੋ ਆਓ ਤੁਹਾਨੂੰ ਅੱਗੇ ਦਾ ਦੱਸੀਏ ਜਿਹੜਾ ਅਸੀਂ ਕਚਰਾ ਆਪ ਜੀ ਨੂੰ ਵਿਖਾਇਆ ਸੀ ਵੀ ਉਹਦੀ ਅਸੀਂ ਰੀਸਾਈਕਲਿੰਗ ਕਰਦੇ ਹਾਂ। ਸੋ ਆਪਾਂ ਸਟਾਰਟ ਕਰਦੇ ਹਾਂ, ਕਿੱਥੋਂ ਹੁੰਦਾ ਸਟਾਰਟ, ਇਹ ਪੇਪਰ ਕਿੱਥੋਂ ਬਣਦਾ ਹੈਂਡਮੇਡ, ਔਰ ਕਿੰਨੇ ਮਜ਼ਦੂਰਾਂ ਨੂੰ ਇੱਥੋਂ ਕੰਮ ਮਿਲ ਜਾਂਦਾ ਹੈ। ਸੋ ਇਹ ਵੀ ਇੱਕ ਬੜੀ ਵੱਡੀ ਗੱਲ ਹੈ। ਇਹ ਇੱਕ ਪਲਾਂਟ ਹੈ, ਪਹਿਲਾਂ ਅਸੀਂ ਇਹ ਕਚਰੇ ਨੂੰ ਇੱਥੇ ਭਗੋ ਦਿੰਦੇ ਹਾਂ। ਇਹ ਦੇਖੋ ਹੁਣ ਬਿਲਕੁਲ ਜਿਹੜਾ ਵੇਸਟ ਸੀ ਇਹਨੂੰ ਭਗੋ ਦਿੱਤਾ, ਕੈਮੀਕਲ ਇਹਦੇ 'ਚ ਪਾਏ ਗਏ, ਮਤਲਬ ਇਹਦੇ 'ਚ ਕੱਪੜਾ ਵੀ ਆ ਗਿਆ। ਫਿਰ ਅਸੀਂ ਇਹਨੂੰ ਇਹਦੇ ਵਿੱਚ ਗ੍ਰਾਈਂਡ ਕਰਦੇ ਹਾਂ। ਇਹ ਸਾਡੀ ਮਸ਼ੀਨ ਹੈ, ਗ੍ਰਾਈਂਡ ਨਾਲ ਸਾਡੀ ਪਲਪ ਬਣ ਜਾਂਦੀ ਹੈ। ਗ੍ਰਾਈਂਡਰ ਹੀ ਕਹਿ ਸਕਦੇ ਆਪਾਂ ਥੋੜਾ ਇਹ ਜਿਹੜਾ ਮੈਂ ਕੱਪੜਾ ਕਹਿ ਰਿਹਾ ਸੀ ਆਪ ਜੀ ਨੂੰ ਵੀ, ਇਹ ਜਿੰਨਾ ਕਾਟਨ ਦਾ ਕੱਪੜਾ ਹੈ ਅਸੀਂ ਸਾਰਾ ਇਹਨੂੰ ਵੀ ਇਹਦੇ ਵਿੱਚ ਗ੍ਰਾਈਂਡ ਕਰ ਲੈਂਦੇ ਹਾਂ। ਇਹ ਪਲਪ ਬਣ ਗਈ ਸਾਡੀ। ਇਹ ਬਣ ਗਿਆ ਜਿਹਨੂੰ ਆਪਾਂ ਲੇਟੀ ਕਹਿ ਸਕਦੇ ਹਾਂ। ਲੇਟੀ ਕਹਿ ਲਓ ਵੀ ਇਹ ਗੱਤਾ ਕੱਪੜਾ, ਇਹ ਸਾਰਾ ਇਹਦੇ ਕਾਗਜ਼ ਸਾਰਾ ਇਹਦੇ ਚ ਲੇਪ ਬਣ ਗਿਆ। ਲੇਪ ਕਰਨ ਤੋਂ ਬਾਅਦ ਫਿਰ ਇੱਥੇ ਆ ਜਾਂਦਾ ਜੀ। ਇੱਥੇ ਅਸੀਂ ਇਹਨੂੰ ਹੋਰ ਮੈਸ਼ ਕਰ ਦਿੰਦੇ ਹਾਂ, ਬਰੀਕ ਕਰਦੇ ਹਾਂ। ਇਹ ਜਿਹੜੀ ਪਲਪ ਹੈ ਇਹ ਹੁਣ ਜਿਹੋ ਜਿਹਾ ਕਲਰ ਸਾਨੂੰ ਚਾਹੀਦਾ ਹੈ ਇਹਦੇ ਵਿੱਚ ਕਲਰ ਅਸੀਂ ਮਿਕਸ ਕਰ ਦਿੰਦੇ ਹਾਂ। ਰੈੱਡ ਚਾਹੀਦਾ ਯਾਰ, ਰੈੱਡ ਜਿਹੋ ਜਿਹਾ ਵੀ ਬੜੇ ਕਲਰ ਜਿਸ ਤਰ੍ਹਾਂ ਦੇ ਲਾਲ, ਪੀਲਾ, ਚਿੱਟਾ ਜੋ ਵੀ ਚਾਹੀਦਾ, ਇਹ ਕਲਰ ਸਾਡਾ ਬਣ ਗਿਆ। ਇਹ ਪਲਪ ਹੁਣ ਸਾਡੀ ਤਿਆਰ ਹੋ ਗਈ ਪੇਪਰ ਬਣਾਉਣ ਵਾਸਤੇ। ਉੱਥੋਂ ਪ੍ਰੋਸੀਜਰ ਸ਼ੁਰੂ ਹੋਇਆ, ਇੱਥੇ ਪਲਪ ਤਿਆਰ ਹੋ ਗਈ। ਇਹ ਡਰਾਮੇ 'ਚ ਪਾ ਦਿੰਦੇ ਨੇ। ਇਹ ਦੇਖੋ ਹੁਣ ਇੱਥੋਂ ਕੀ ਬਣਿਆ। ਇਹ ਹੁਣ ਸਾਡਾ ਇੱਕ ਹੈਂਡਮੇਡ ਮਸ਼ੀਨ ਹੈ, ਤੁਹਾਨੂੰ ਖੁਸ਼ੀ ਹੋਏਗੀ। ਇਹ ਹੈਂਡਮੇਡ ਪਲਪ ਦੀ ਮਸ਼ੀਨ ਹੈ, ਇਹਨਾਂ ਨੇ ਪਲਪ ਪਾਈ ਤੇ ਇੱਥੇ ਆ ਗਈ। ਇਹ ਹੁਣ ਤੁਹਾਨੂੰ ਦੱਸਦੇ ਆ, ਆ ਕੱਢੋ ਬੇਟਾ। ਆ ਤੁਹਾਨੂੰ ਸਾਰਾ ਪ੍ਰੋਸੈਸ ਦਿਖਾ ਰਹੇ ਹਾਂ ਜੀ ਕਿ ਕਿਵੇਂ ਇੱਕ ਸ਼ੀਟ ਤਿਆਰ ਹੁੰਦੀ ਹੈ। ਡਰਾਮੇ 'ਚ ਪਾਈ ਸੀ ਉਹ ਆਈ ਜੀ ਪਲਪ। ਇਹਦੀ ਜਿੰਨੀ ਥਿਕਨੈਸ ਰੱਖਣੀ ਅਸੀਂ ਉਨੀ ਪਲਪ ਪਾ ਲੈਣੀ। ਜੇ ਮੋਟਾ ਲੈਣਾ ਤਾਂ ਮੋਟਾ ਬਣਾ ਲੈਣਾ, ਜੇ ਪਤਲਾ ਹੈ ਤਾਂ ਅਸੀਂ ਪਤਲਾ ਕਰ ਲੈਣਾ। ਆਰਡਰ ਦੇ ਹਿਸਾਬ ਨਾਲ ਫਾਈਲ ਕਵਰ ਸਾਨੂੰ ਮੋਟੇ ਚਾਹੀਦੇ ਆ ਜੀ, ਪਤਲੇ ਚਾਹੀਦੇ ਆ, ਬਰੀਕ ਚਾਹੀਦੇ ਆ। ਗੱਤਾ ਬਣ ਗਿਆ। ਇਹ ਹੁਣ ਪਹਿਲਾਂ ਉੱਥੋਂ ਸ਼ੁਰੂ ਕਰੋ, ਤੁਹਾਨੂੰ ਮੈਂ ਦੱਸਾਂਗਾ। ਇਹ ਹੁਣ ਬਣ ਗਿਆ। ਇਹ ਬਿਲਕੁਲ ਵੇਸਟ ਹੈ, ਜਿਹਨੂੰ ਅਸੀਂ ਕੂੜੇ ਨੂੰ ਕਿਤੇ ਵੀ ਨਹੀਂ ਵਰਤ ਸਕਦੇ ਸਵਾਏ ਅੱਗ ਲਾਉਣ ਤੋਂ ਜੀ, ਜਾਂ ਡੰਪ ਨਾਲ ਵੀ ਅਸੀਂ ਕੁਦਰਤ ਡੰਪ ਕਰਨ ਤੋਂ, ਵੀ ਜਿੱਥੋਂ ਸਮੈਲ ਪੈਦਾ ਹੋ ਰਹੀ ਹੈ ਜਿਸ ਹਰ ਸ਼ਹਿਰ 'ਚ। ਤੇ ਉਹ ਇਹ ਦੇਖੋ ਉੱਪਰ ਆਇਆ, ਉੱਪਰ ਆਉਣ ਨਾਲ ਪਾਣੀ ਜਿਹੜਾ ਹੈ ਥੱਲੇ ਚਲਾ ਗਿਆ। ਇਹ ਥੋੜਾ ਸੈਟਲ ਹੋ ਗਿਆ। ਹੁਣ ਇਹ ਦੇਖੋ ਉਹਨੇ ਆਪਣਾ ਬੇਸ ਸੈੱਟ ਕਰ ਲਿਆ। ਬੇਸ ਸੈੱਟ ਕਰ ਲਿਆ ਪਲਪ, ਕਿਉਂਕਿ ਉਹਦੇ ਵਿੱਚ ਇੱਕ ਕੱਪੜੇ ਦੇ ਤੰਦ ਹੈਗੀ ਹੈ, ਜੋ ਅਸੀਂ ਕੱਪੜਾ ਜਿਹੜਾ ਜਿਹਨੂੰ ਕੀਤਾ ਹੋਇਆ ਨਾ ਜੀ, ਉਹ ਮੈਸ਼ ਕੀਤਾ ਹੈ। ਸੋ ਇਹ ਹੁਣ ਦੇਖੋ ਇਹ ਬਣ ਗਿਆ, ਡਰਾਈ ਹੋ ਗਿਆ। ਡਰਾਈ ਹੋਣ ਤੋਂ ਬਾਅਦ ਹੁਣ ਇਹ ਚੁੱਕਣਗੇ ਤੇ ਇੱਥੇ ਰੱਖ ਲੈਣਗੇ। ਇੱਥੋਂ ਬਾਅਦ ਇਹ ਸੁਕਾ ਲੈਣਗੇ। ਉਹ ਲੱਗੀਆਂ ਹੋਈਆਂ ਉੱਥੇ ਸਾਡੇ, ਉਹ ਸੁੱਕਣੇ ਸਾਹਮਣੇ ਸੀਟਾਂ ਸੁੱਕਣੇ ਵਾਲੀ। ਇਸ ਤੋਂ ਲਿਆਣੇ ਇੱਕ ਸੀਟ ਲਿਆ, ਸੀਟ ਖੋਲ ਕੇ ਲਿਆਓ। ਇਹ ਵੀ ਉਹੀ ਹੈ ਜੀ। ਨਹੀਂ, ਇੱਕ ਮਿੰਟ, ਤੁਹਾਨੂੰ ਕੋਈ ਦੇਖਣਗੇ ਨਾ ਜਿਹੜੇ ਆਮ ਆਪਣੇ ਉੱਥੋਂ ਦੇ ਹਿੰਦੁਸਤਾਨ ਦੇ ਬੱਚੇ ਤਾਂ ਥੋੜਾ ਬਹੁਤਾ ਜਾਣ ਲੈਂਦੇ ਨੇ, ਬਾਹਰ ਦੇ ਬੱਚਿਆਂ ਲਈ ਤਾਂ ਬਿਲਕੁਲ ਅਜੀਬ ਅਜੂਬਾ ਹੀ ਹੈ ਨਾ। ਇੱਕ ਮਿੰਟ ਦਿਓ, ਇਹ ਦੇਖੋ, ਇਹ ਹੁਣ ਦੇਖਣਾ, ਇੱਕ ਮਿੰਟ ਆ ਲੈਣ ਦਿਓ ਉੱਥੋਂ। ਇਹ ਦੇਖੋ ਤੁਹਾਨੂੰ ਅਸੀਂ ਪ੍ਰੋਸੈਸ ਦਿਖਾ ਰਹੇ ਹਾਂ ਜੀ ਕਿ ਕਿਵੇਂ ਉਹ ਵੇਸਟ, ਜਿਹੜੀ ਵੇਸਟ ਦੇ ਪਹਾੜ ਲੱਗੇ ਹੋਏ ਨੇ। ਦਿੱਲੀ ਦੇ ਵਿੱਚ ਜਾਓਗੇ ਤੁਸੀਂ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਸਾਡੀਆਂ ਸਰਕਾਰਾਂ ਨੂੰ ਵੀ ਇਹ ਸਮੱਤ ਲੈਣੀ ਚਾਹੀਦੀ ਹੈ। ਉਹਨਾਂ ਕੋਲ ਤਾਂ ਕਿੱਡਾ ਵੱਡਾ ਸੈਟਅਪ, ਸਿਸਟਮ, ਪੈਸਾ, ਬਜਟ, ਪਰ ਇੱਥੇ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਹੋਣ ਦੇ ਬਾਵਜੂਦ ਇੱਕ ਛੋਟੇ ਜਿਹੇ ਕੈਂਪਸ ਨੇ ਆਪਣੇ ਆਪ ਨੂੰ ਕਿਵੇਂ ਡਿਵੈਲਪ ਕੀਤਾ ਕਿ ਅਸੀਂ ਕੁਦਰਤ ਨਾਲ ਇੱਕਮਿਕ ਹੋਏ ਹਾਂ। ਔਰ ਨਾ ਕੁਦਰਤ ਨਾਲ ਇੱਕਮਿਕ ਹੋਏ ਹਾਂ, ਸਗੋਂ ਇਸ ਦੇ ਵਿੱਚੋਂ ਆਮਦਨ ਲੈ ਰਹੇ ਹਾਂ ਅਸੀਂ, ਔਰ ਕੁਦਰਤ ਨੂੰ ਬਚਾਉਣ ਦਾ ਯਤਨ ਕਰ ਰਹੇ ਹਾਂ। ਇਹ ਦੇਖੋ ਹੁਣ ਇਹ ਤੁਹਾਡੀ ਆ ਗਈ। ਇਹ ਹੁਣ ਇਹਨਾਂ ਨੇ ਤੁਹਾਨੂੰ ਪਾ ਦਿੱਤਾ ਉੱਤੇ, ਉਹ ਥੋੜਾ ਲੱਗੇ ਲਾ ਗਿਆ। ਚਲੋ ਕੋਈ ਗੱਲ ਨਹੀਂ, ਚਲੋ ਆ ਗਿਆ। ਉਹ ਥੋੜਾ ਜਲਦੀ ਚ। ਸੋ ਆਹ ਪੇਪਰ ਇਹਨਾਂ ਨੇ ਜਿਹੜਾ ਸੀ, ਇਹਨਾਂ ਨੇ ਉੱਤੇ ਉਹ ਲਾ ਦਿੱਤਾ, ਉਹ ਸਾਰੇ ਟੰਗ ਦਿੱਤੇ। ਟੰਗਣ ਤੋਂ ਬਾਅਦ ਇਹ ਦੇਖੋ ਗੁਰੂ ਪਿਆਰਿਓ, ਇਹ ਦੇਖੋ ਹੁਣ ਆਪਾਂ ਇਹਨੂੰ ਜਦੋਂ ਸੁੱਕ ਗਿਆ ਤੇ ਇਹਨੂੰ ਆਪਾਂ ਕੱਢਿਆ ਤੇ ਇੱਕ ਪੇਪਰ ਦੀ ਪੇਪਰ ਨਿਕਲ ਆਇਆ। ਇਹ ਪੇਪਰ ਬਣ ਕੇ ਆ ਗਿਆ। ਇਹਦਾ ਪ੍ਰੈਕਟੀਕਲ ਜੀ, ਠੀਕ ਹੈ। ਔਰ ਕਲਰ ਜਿਹੜਾ ਮਰਜ਼ੀ ਬਣਾ ਲਓ, ਗੇਜ ਜਿੰਨੀ ਮਰਜ਼ੀ ਮੋਟੀ ਰੱਖ ਲਓ। ਸੋ ਇਸ ਤੋਂ ਬਾਅਦ ਇਹ ਇਸ ਪ੍ਰੈਸ ਤੇ ਆਇਆ, ਇਹ ਵਾਟਰ ਨਿਕਲ ਗਿਆ। ਫਿਰ ਇਸ ਪ੍ਰੈਸੇ 'ਚ ਚਲਾ ਗਿਆ। ਇਸ ਪ੍ਰੈਸੇ ਦੇ ਵਿੱਚ ਇਹਨੂੰ ਆਪਾਂ ਲਗਾਵਾਂਗੇ ਤੇ ਇਹਦੀ ਫਿਨਿਸ਼ਿੰਗ ਆ ਜਾਏਗੀ। ਦੇਖਣਾ ਚਲਾਣਾ ਬੇਟਾ, ਜਿਹਨੂੰ ਆਪਾਂ ਕਹਿੰਦੇ ਕਿ ਫਾਈਨ ਟਿਊਨ ਹੋ ਫਾਈਨ ਟਿਊਨ ਲਿਆਓ। ਆ ਦੇਖੋ ਦਰਸ਼ਕੋ, ਇਹ ਆ ਰਹੀ ਹੈ ਇੱਕ ਸ਼ੀਟ ਜਿਹੜੀ ਹੁਣ ਫਿਨਿਸ਼ਿੰਗ ਦੇ ਲਈ ਨਿਕਾਲ ਦਿਓ, ਚਲਦਾ ਰਹਿਣਾ। ਇਹ ਹੁਣ ਬਿਲਕੁਲ ਫਾਈਨ ਹੋ ਗਈ। ਇਸ ਤੋਂ ਬਾਅਦ ਦਾ ਪ੍ਰੋਡਕਟ ਕੀ ਬਣਿਆ ਲਿਆਣਾ ਜੀ, ਜੋ ਪ੍ਰੋਡਕਟ ਬਣੇ ਨੇ। ਇਹਦਾ ਫਾਈਨਲ ਪ੍ਰੋਡਕਟ ਕੀ ਬਣਿਆ? ਹਾਂ, ਕੀ ਬਾਤ। ਇਹ ਆਪਾਂ ਇੱਥੇ ਪ੍ਰਿੰਟਿੰਗ ਪ੍ਰੈਸ ਆਪਣੀ ਹੈ ਬੜੂ ਸਾਹਿਬ ਦੀ, ਅਕਾਲ ਪ੍ਰਿੰਟਿੰਗ ਪ੍ਰੈਸ ਦੇ ਨਾਂ ਤੇ। ਇਹ ਫਾਈਲ ਬਣ ਗਿਆ, ਇਹਦੇ ਉੱਤੇ ਲੈਮੀਨੇਸ਼ਨ ਹੋ ਗਈ। ਆਈ ਕਾਂਟ ਇਮੇਜਿਨ ਜੀ, ਮੈਂ
ਠੀਕ ਹੈ ਜੀ। ਕਲਪਨਾ ਕਰਨੀ ਬਹੁਤ ਮੁਸ਼ਕਲ ਹੈ ਠੀਕ ਹੈ ਜੀ। ਇਹ ਹੁਣ ਇੱਥੇ ਉਹ ਬਸ ਉਹ ਬੈਗ ਵੀ ਸੀ ਇਹਦੇ बैग इतने ਲੈਣਾ। ਆ ਦੇਖੋ ਕਿੰਨੀ ਖੂਬਸੂਰਤ ਜਿਹੜੀ ਫਾਈਲ ਬਣੀ ਹੈ, ਕਿਉਂਕਿ ਪ੍ਰਿੰਟਿੰਗ ਪ੍ਰੈਸ ਆਪਣੀ ਹੈ, ਹੈਂਡਮੇਡ, ਸਾਰੀ ਵੇਸਟ ਨਾਲ ਬਣੀ ਹੋਈ, ਸਾਡੀ ਇੱਥੋਂ ਦੀ ਵੇਸਟ। ਔਰ ਦੇਖੋ ਜੇ ਇਹੀ ਕੂੜਾ ਕਰਕਟ ਬਾਹਰ ਕਿਸੇ ਪਹਾੜਾਂ ਤੇ ਸੁੱਟਿਆ ਹੁੰਦਾ ਤੇ ਕਿੰਨੇ ਗੰਦਗੀ ਦੇ ਢੇਰ ਲੱਗਣੇ ਸੀ, ਇਹਦੇ ਉੱਤੇ ਕਿੰਨਾ ਕੁਝ ਮਤਲਬ ਵੇਸਟ ਹੋਣਾ ਸੀ, ਔਰ ਕਿੰਨਾ ਅਸੀਂ ਕੁਦਰਤ ਨਾਲ ਖਿਲਵਾੜ ਕਰਨਾ ਸੀ। ਡਾਕ ਦੇ ਵੀ ਅਸੀਂ ਬਣਾ ਰਹੇ ਹਾਂ ਅਸੀਂ ਇਹ ਸਾਰੇ ਮੈਨੇ ਕੈਰੀ ਆਹ ਕੈਰੀ ਬੈਗ ਬਣਿਆ ਜੀ, ਇਹ ਕੈਰੀ ਬੈਗ ਹੈ। ਬੈਗ ਵੀ ਸੀ ਇੱਕ ਇਸ ਦੇ ਵਿੱਚ ਤੁਸੀਂ ਕੋਈ ਵੀ ਡਾਕੂਮੈਂਟ ਪਾ ਕੇ ਤੇ ਇਹਨੂੰ ਸੀਲਬੰਦ ਕਰਕੇ ਤੇ ਲਿਫਾਫੇ ਦੇ ਵਿੱਚ ਪਾ ਕੇ ਇਹਨੂੰ ਕਿਤੇ ਵੀ ਤੁਸੀਂ ਭੇਜ ਸਕਦੇ ਹੋ। ਆ ਸਾਡੇ ਕੈਰੀ ਬੈਗ ਵੀ ਬਣ ਰਹੇ ਨੇ ਜੀ। ਇਹਨੂੰ ਮੈਡੀਕਲੀ ਟ੍ਰੀਟਮੈਂਟ ਕੀਤਾ ਗਿਆ ਤਾਂ ਕਿ ਸਾਰਾ ਵੀ ਕੋਈ ਵੀ ਐਸੀ ਦਿੱਕਤ ਨਾ ਆਏ। ਬਸ ਕਹਿਣ ਦਾ ਭਾਵ ਆਪ ਜੀ ਸੰਗਤ ਇਸ ਨੂੰ ਆਪ ਹੀ ਦੇਖ ਲਓ ਵੀ ਅਸੀਂ ਕੂੜੇ ਤੋਂ ਕਿੱਥੇ ਪਹੁੰਚ ਗਏ। ਤੇ ਇਹ ਸਾਡੀ ਫਾਈਲ ਜੇ ਅਸੀਂ ਮਾਰਕੀਟ 'ਚੋਂ ਲੈਣ ਜਾਵਾਂਗੇ ਤਾਂ ਇਹ ਸਾਨੂੰ 5-7 ਰੁਪਏ ਦੀ ਮਿਲੇਗੀ ਤੇ ਅਸੀਂ 200 ਰੋਜ਼ ਫਾਈਲਾਂ ਇੱਥੇ ਬਣ ਰਹੀਆਂ, 200 ਪੇਪਰ ਇਹ ਤਿਆਰ ਹੋ ਜਾਂਦਾ। ਜਦੋਂ ਵੱਧ ਜਾਂਦਾ ਤਾਂ ਵੱਧ ਵੀ 400 ਤੱਕ ਵੀ ਚਲੇ ਜਾਂਦੇ ਨੇ ਤੇ ਇਹ 400 ਦੇ ਇਹ ਰੋਜ਼ ਸਾਨੂੰ ਮਿਲ ਜਾਂਦਾ। ਪ੍ਰੈਸ 'ਚ ਚਲੇ ਜਾਂਦੇ ਨੇ, ਪ੍ਰੈਸ ਹੋ ਕੇ ਉਸ ਤੋਂ ਬਾਅਦ ਅਸੀਂ ਇਹਦੀ ਵਰਕਿੰਗ 'ਚ ਲੈ ਆਉਣੇ। ਸੋ ਇਹ ਤਾਂ ਪ੍ਰੋਜੈਕਟ ਹੋ ਗਿਆ ਸਾਡਾ ਜਿਹੜਾ ਕੂੜੇ ਦੇ ਪੇਪਰ ਤੋਂ। ਹੁਣ ਆਈਏ ਆਪਾਂ ਵੀ ਜਿਹਨਾਂ ਲਈ ਅਸੀਂ ਅੱਗੇ ਵੀ ਇੱਟਾਂ ਜਾਂ ਟਾਈਲਸ ਔਰ ਗਮਲੇ ਬਣਾਉਣੇ ਆ, ਉਹ ਆਓ ਆਪਾਂ ਉਹ ਵੀ ਵੇਖਦੇ ਹਾਂ। ਇਹ ਵੀ ਇੱਕ ਵਿਲੱਖਣ ਜੀ ਹੁਣ ਨਵੀਂ ਚੀਜ਼ ਸ਼ੁਕਲਾ ਜੀ ਨੇ ਦੱਸੀ ਸੀ ਤੇ ਕਾਕਾ ਵੀਰ ਜੀ ਸਾਨੂੰ ਦਿਖਾਉਣ ਲੈ ਕੇ ਜਾ ਰਹੇ ਨੇ ਕਿ ਉਹ ਜਿਹੜੇ ਪਲਾਸਟਿਕ ਤੋਂ ਹੋਰ ਅੱਗੇ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ। ਤੁਸੀਂ ਇਹ ਦੇਖੋ ਕਿ ਕਿਵੇਂ ਇੱਕ ਚੀਜ਼ ਦਾ ਜਾਂ ਇੱਕ ਪੈਸੇ ਦਾ ਵੀ ਮਿੰਜ ਕੱਢ ਲਿਆ ਜਾਂਦਾ। ਜਿਹੜਾ ਪੈਸਾ ਅਸੀਂ ਅਜੇ ਹੈਂਡਮੇਡ ਆ, ਕੋਈ ਗੁਰਮੁਖ ਪਿਆਰੇ ਕੋਈ ਅਸੀਂ ਇਹਦੇ 'ਚ ਭੱਠੀ 'ਚ ਇਹਨੂੰ ਗਰਮ ਕਰ ਲੈਂਦੇ ਕੁਰਖਿਆਂ ਨੂੰ ਜੀ ਲੱਕੜ ਦੇ ਨਾਲ ਜੀ ਤੇ ਗਰਮ ਕਰਕੇ ਤੇ ਇਹ ਸਾਡੀ ਅਸੀਂ ਇੱਟ ਬਣ ਜਾਂਦੀ ਹੈ। ਵਾਹ ਬੱਲੇ, ਇਹਦੀ ਵਜਨ ਹੀ ਨਹੀਂ ਹੈਗਾ, ਬਿਲਕੁਲ ਲਾਈਟ, ਬਿਲਕੁਲ ਵਜਨ ਨਹੀਂ ਹੈਗਾ ਇਹਦੇ। ਆ ਲਓ ਜੀ, ਬੜੀ ਕਮਾਲ ਦੀ ਗੱਲ ਹੋ ਗਈ ਆ। ਦੀ ਇੱਟ ਹੈ, ਪਲਾਸਟਿਕ ਦੀ ਇੱਟ ਹੈ ਜੀ ਪਿਆਰੇ ਦਰਸ਼ਕੋ। ਲਓ ਪਲਾਸਟਿਕ ਦੀ ਇੱਟ ਬੜੀ ਦੇਸੀ ਜਿਹੇ ਤਰੀਕੇ ਨਾਲ ਬਣਾਈ ਹੋਈ ਜੀ। ਬਿਲਕੁਲ ਇਹਨੂੰ ਅਸੀਂ ਸੜਕਾਂ ਤੇ ਹੋਰ ਤੇ ਆ ਗਮਲੇ ਬੈਠਣ ਦੇ ਬਣਾ ਲੈਨੇ ਆ। ਦੇਖਣਾ ਇਹ ਆ ਵੇਖੋ ਜੀ, ਡਿਜ਼ਾਈਨਿੰਗ ਵੀ ਹੈ ਇਹਦੇ ਵਿੱਚ। ਉਹਦਾ ਉਹ ਪਿਆ ਸਿੱਧਾ ਪਸੰਦ ਆ ਜੀ, ਇਹ ਆ ਗਿਆ ਜੀ, ਆ ਇਹਦੇ ਉੱਤੇ ਆ ਗਿਆ ਜੀ, ਇਹ ਗਮਲੇ ਆ ਗਏ ਜੀ। ਲਓ ਜੀ, ਠੀਕ ਹੈ ਨੇ। ਆ ਦੇਖੋ ਗਮਲੇ, ਪਲਾਸਟਿਕ ਦੇ ਗਮਲੇ ਸਾਰੇ ਵੇਸਟ ਤੋਂ ਬਣੇ ਹੋਏ। ਇਹ ਹੈਰਾਨੀ ਦੇ ਨਾਲ ਅੱਖਾਂ ਖੋਲਣ ਵਾਲੀ ਗੱਲ ਹੈ ਜੀ। ਇਹ ਬੈਠਣ ਦੇ ਵੀ ਅਸੀਂ ਬਣਾ ਲੈਨੇ ਆ, ਬਣਾਏ ਨੇ ਫਿਰ ਬੈਠਣ ਵਾਲੇ ਸਟੂਲ ਵੀ, ਹਾਂਜੀ ਬਣਾ ਲੈਨੇ ਆ ਜੀ। ਸੋ ਇਸ ਤਰ੍ਹਾਂ ਆ ਗਿਆ। ਇਸ ਤਰ੍ਹਾਂ ਹੀ ਸਾਡੀ ਜਿਹੜੀ ਫੂਡ ਵੇਸਟ ਹੈਗੀ ਹੈ, ਇਹ ਤਾਂ ਹੈ ਹੀ ਇੱਕ ਟੌਪਿਕ। ਅਸੀਂ ਇਹ ਇਨਸੀਨੇਟਰ ਲਿਆਂਦਾ ਹੋਇਆ, ਇਹ ਇੱਕ ਹੈਗਾ ਇਹ ਹੈਂਡਮੇਡ, ਮਤਲਬ ਕੋਈ ਇਹਦੇ ਚ ਟੈਕਨੀਕ ਨਹੀਂ ਹੈ, ਟੈਕਨੀਕ ਦਾ ਦੇਸੀ ਹੈਗਾ। ਇਹ ਰੁੜਕੀ ਯੂਨੀਵਰਸਿਟੀ ਤੋਂ ਆਇਆ ਹੋਇਆ। ਇਹਦੇ ਜਿੰਨੀ ਫੂਡ ਵੇਸਟ ਦਾ ਸਾਡਾ ਹੁੰਦਾ ਅਸੀਂ ਇਹਦੇ ਚ ਬਰਾਦਾ ਮਿਲਾ ਕੇ ਫੀਡ ਕਰ ਦਿੰਦੇ ਆ ਜੀ। ਇਹਦੇ ਚ ਆਟੋਮੈਟਿਕ ਇਹਦਾ ਟੈਂਪਰੇਚਰ 70 ਤੇ ਚਲਾ ਜਾਂਦਾ, 65-70 ਤੇ। ਜਿਹੜਾ 65-70 ਤੇ ਜਾਣ ਤੋਂ ਬਾਅਦ ਇਹਦਾ ਜਿਹੜਾ ਫਿਰ ਅੱਗੋਂ ਨਿਕਲ ਆਉਂਦਾ 7ਵੇਂ ਦਿਨ ਅਸੀਂ ਰੋਟੇਸ਼ਨ ਬਣਦੀ ਇਹਦੀ 7 ਦਿਨਾਂ ਬਾਅਦ ਤੇ ਇਹ ਫਿਰ ਇਹਦੀਆਂ ਅਸੀਂ ਅੱਗੋਂ ਨਿਕਲ ਆਉਂਦੀਆਂ ਨੇ। ਅਸੀਂ ਇਹਨੂੰ ਇਹ ਰੱਖ ਇਹ ਤੋਂ ਇਹਦੇ ਚੋਂ ਕੱਢ ਕੇ ਇਹ ਸਾਡਾ ਗਡੋਏ ਫਾਰਮ ਹੈਗਾ ਉੱਥੇ ਚਲਾ ਜਾਂਦਾ ਤੇ ਉਹ ਸਾਡਾ ਜਿਹੜਾ ਸਾਰਾ ਰੇ ਬਣ ਜਾਂਦੀ ਹੈ। फूड वेस्ट में जैसे कि हमारे आप गए होंगे, हमारे सेंट्रल मेस में जाएंगे, मेस से हमारे जूट से हम तेल भी निकाल ले रहे हैं, जो तेल निकाल ले रहे हैं। तो क्या कि तेल और ऐसी चीज़ें मीथेन गैस जनरेट करती हैं। तो हमारी कॉम्प्लेक्स क्या करती है, कूड़े को हम इधर उधर नहीं फेंकते, हम जितना फूड है सर यहाँ डाल रहे हैं। हाँ, इसके अंदर मीथेन जनरेट होती है और मीथेन जनरेट होती है तो जल्दी से कन्वर्ट हो जाता है मैन्योर में और हमें 7 दिन के अंदर हमें चीज़ मिल जाती है। तो फूड वेस्ट में हमने 3 बांट रखा है, एक तो ऑयली फूड, एक स्टार्ची कार्बोहाइड्रेट फूड और एक प्लांट्स, ऐसे जो पेड़ पौधे के प्लांट होते हैं उनको डिवाइड कर रखा है। यहाँ पे जो हमारा सारा प्रोसेस होता है ऑयली फूड का प्रोसेस होता है, क्योंकि ऑयल को हम सीधा अर्थ में नहीं डाल रहे हैं। तो फूड वेस्ट भी हमारा बिल्कुल यहाँ पे आके खत्म हो जा रहा है और जो हमारे जो भी हमारे प्लांट्स हैं यहाँ पे लगा रखे हैं वो मैन्योर को यूज कर लेते हैं। ਫਾਰਮ ਦੇ ਜਿੰਨੀ ਵੀ ਰਿਸਰਚ ਦੇ ਕੰਮ ਚੱਲ ਰਹੇ ਨੇ, ਹੋਰ ਪੇੜ ਪੌਦੇ ਲੱਗ ਰਹੇ ਨੇ, ਸਾਡਾ ਇਸ ਦਾ ਸਾਰਾ ਵੇਸਟ ਨੂੰ ਅਸੀਂ ਉੱਥੇ ਕਨਵਰਟ ਕਰਕੇ ਤੇ ਅਸੀਂ ਉੱਥੇ ਮਤਲਬ ਅਸੀਂ ਧਰਤੀ ਤੇ ਨਹੀਂ ਪਾ ਰਹੇ ਜਿੱਥੋਂ ਕੋਈ ਕੀੜਾ ਮਕੌੜੇ ਪੈਦਾ ਹੋਣ, ਜਾਨਵਰ ਖਾਣ, ਸਮੈਲ ਆਏ, ਨਾਲੀਆਂ 'ਚ ਜਾ ਕੇ ਨਾਲ ਸਟੀਏ, ਗੰਦਗੀ ਫੈਲੇ। ਸੋ ਇਹ 2 ਵੇਸਟ ਨੂੰ ਤਾਂ ਅਸੀਂ ਤੁਹਾਨੂੰ ਦਿਖਾਤਾ, ਤੀਜੇ ਨੂੰ ਅਸੀਂ ਹੁਣ ਖਾਣ ਜਾ ਰਹੇ ਹਾਂ। ਚੱਲਦੇ ਮੇਰੇ ਨਾਲ ਇੱਕ ਜਿਗਿਆਸਾ ਸੀ ਜੀ ਕਿ ਜਿਹੜੇ ਆਪਣੇ ਉਹ ਬਲੌਕਸ ਆਪਾਂ ਬਣਾਏ ਹੈ, ਹਾਲ ਫਿਲਹਾਲ ਤਾਂ ਚਲੋ ਥੋੜੀ ਗਿਣਤੀ ਦੇ ਵਿੱਚ ਪਏ ਨੇ, ਇਹ ਸਾਡੀਆਂ ਵੀ ਆਪਣੀਆਂ ਹੀ ਲੋੜਾਂ ਵਰਤੀ ਜਾਂਦੇ ਆ ਨਾ ਜੀ, ਵਰਤੀ ਜਾਂਦੇ ਆ ਜੀ। ਅਸੀਂ ਤਾਂ ਸਿੰਪਲ ਇੱਕ ਕੜਾਈ 'ਚ ਗਰਮ ਕਰ ਲੈਂਦੇ ਆ। ਬੜਾ ਸਿੰਪਲ ਜੀ ਗੱਲ ਹੈ ਕਿ ਇੱਟਾਂ ਲਾਓ ਲੱਕੜ ਤੇ ਲਾਓ ਇੱਟਾਂ ਤਿਆਰ। सर हमारे पास प्लास्टिक इतनी आती है जितनी हम बना सकें, क्योंकि हमारे पास कॉम्प्लेक्स का ही प्लास्टिक होता है और उस प्लास्टिक से बनाते हैं जो प्लास्टिक मेटेलिक प्लास्टिक है, जो एल्युमिनियम कोटेड है। जैसे चिप्स की कुरकुरे की जो प्लास्टिक है उसके अंदर ही एल्युमिनियम कोटेड लगी है, बाकी सारी प्लास्टिक तो हमारी सेल हो रही है। तो हमारी जो समस्या है और पूरी धरती की समस्या है एल्युमिनियम कोटेड प्लास्टिक की, जो 20 ग्राम
आलू भर के और लोगों को खिला रहे हैं और धरती को हमारे प्लास्टिक ਪ੍ਰਦੂਸ਼ਿਤ ਕਰ ਰਹੇ हैं बिल्कुल कर रहे हैं। ਸਰ ਸੈਂਟਰੀ ਪੈਡ ਵਾਸਤੇ ਵੀ ਦੱਸੋ ਵੀ ਆਪਾਂ ਕੀ ਕਰ ਰਹੇ ਇੱਥੇ। हाँ वो जो आपने बताया था कि वो 70 लगा रखे हैं हमने 70 के करीब जो सैनिटरी पैड्स के लिए कि हमारे इंडियन कल्चर में सैनिटरी पैड्स को छुपा के रखना, इधर उधर डालना एक तरह का कल्चर सदियों से चला रहा है। अब सदियों से चला, उसको तो हम बदल नहीं सकते, लेकिन हमारे कॉम्प्लेक्स में हमने गर्ल्स एरिया में सैनिटरी पैड डस्टबिन लगा रखे हैं और सैनिटरी पैड डस्टबिन को उससे हम कलेक्ट करते हैं। ये हमारे पास अभी हमारा मेंटेनेंस चल रहा है। हमारा जो नेक्स्ट इंसिनेटर का प्लान है वो हमारा सोलर इंसिनेटर है, जो किसी के पास सोलर इंसिनेटर नहीं है। कैसे वो वर्क कैसे करेगा टेक्निकली समझा। एक इंसिनेटर के अंदर 1200 डिग्री और 800 डिग्री टेम्परेचर जनरेट किया जाता है प्राइमरी चैम्बर में और सेकेंडरी चैम्बर में। उसके अंदर फिर एक स्टैक आप 90 फीट की लगाओ या 100 मीटर की स्टैक लगाओ, फिर कूड़े को आप बर्न करो। अब देखिए हमारे पास इतना ज़्यादा सूरज की रोशनी यहाँ पे है और जो आज के तकनीकी में है कि आपको इंसिनेटर अगर बायोमेडिकल वेस्ट को कूड़े को आपको बर्न करना है, सैनिटरी पैड को बर्न करना है, तो प्लाज्मा गैसिफिकेशन टेम्परेचर जो 3000 डिग्री टेम्परेचर जनरेट करता है, उसके अंदर हम डीजल यूज़ करते हैं, बहुत सारा कार्बन मोनो, 1000 चीज़ें हम टेम्परेचर भी क्लाइमेट में डाल रहे हैं। अब हमारा जो नेक्स्ट प्रोसेस है वो सोलर इंसिनेटर पे है कि हम सोलर से इसको बर्न करेंगे, तो ना कोई हम फ्यूल यूज करेंगे और ना हमारे पास जो गैस होगी गैस भी बहुत क्लीन निकलेगी, कार्बन मोनोहाइड्रेट कम निकलेगा। तो एक नया प्रोसेस हम शुरू करने जा रहे हैं। ਬਹੁਤ ਅੱਖਾਂ ਖੋਲਣ ਵਾਲੀਆਂ ਸਾਰੀਆਂ ਚੀਜ਼ਾਂ ਔਰ ਬੇहद ਖੁਸ਼ੀ ਦੀ ਗੱਲ ਇਸ ਕਰਕੇ ਕਿ ਜਦੋਂ ਮੈਂ ਇਦਾਂ ਦੀਆਂ ਸਟੋਰੀਆਂ ਤੁਹਾਡੇ ਸਾਹਮਣੇ ਕਰਦਾ ਤਾਂ ਦਿਲ ਨੂੰ ਇੱਕ ਤਸੱਲੀ ਜੀ ਹੁੰਦੀ ਹੈ ਕਿ ਦੇਖੋ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋ, ਮਨ ਮਾਰ ਕੇ ਤੁਸੀਂ ਇੰਨਾ ਜ਼ਿਆਦਾ ਕੰਮ ਕਰ ਰਹੇ ਹੋ, ਉਸ ਦੇ ਵਿੱਚੋਂ ਦਸਵੰਧ ਦਿੰਦੇ ਹੋ ਤਾਂ ਤਸੱਲੀ ਤੇ ਖੁਸ਼ੀ ਮਿਲਦੀ ਹੈ ਕਿ ਤੁਹਾਡਾ ਦਿੱਤਾ ਹੋਇਆ ਦਸਵੰਧ ਜਿਹੜਾ ਹੈ ਉਹ ਸਹੀ ਅਰਥਾਂ ਦੇ ਵਿੱਚ ਸਹੀ ਥਾਂ ਤੇ ਲੱਗ ਰਿਹਾ ਹੈ। ਮਤਲਬ ਪੈਸੇ ਦੀ ਵੇਸਟੇਜ ਦਾ ਤਾਂ ਮਤਲਬ ਹੀ ਨਹੀਂ ਹੈ, ਪੈਸੇ ਦੇ ਵਿੱਚੋਂ ਪੈਸਾ, ਜਦ ਵੇਸਟੇਜ ਦੇ ਵਿੱਚੋਂ ਪੈਸਾ, ਕੂੜੇ ਕਰਕਟ ਦੇ ਵਿੱਚੋਂ ਪੈਸਾ ਕਮਾਉਣਾ, ਯਾਰ ਕਿੱਡੀ ਕਮਾਲ ਦੀ ਤੇ ਕਿੱਡੀ ਖੂਬਸੂਰਤ ਸੋਚ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਸੋਚ। ਤੇ ਅੱਗੇ ਹੁਣ ਡਾਕਟਰ ਦਵਿੰਦਰ ਵੀਰ ਜੀ ਤੇ ਕਾਕਾ ਵੀਰ ਜੀ ਹੋਰੀ ਲੱਗੇ ਹੋਏ ਨੇ, ਸਾਰੇ ਦੇ ਸਾਰੀ ਸੰਸਥਾ ਲੱਗੀ ਹੋਈ ਹੈ, ਸਾਰੇ ਦੇ ਸਾਰੇ ਔਰ ਬੜੇ ਕਮਾਲ ਦੇ ਤਰੀਕੇ ਨਾਲ, ਵਿਗਿਆਨਕ ਤਰੀਕੇ ਨਾਲ ਰਿਸਰਚ ਬੇਸਡ ਜਿਹੜਾ ਕੰਮ ਹੈ। ਔਰ ਕਈ ਸਾਰੀਆਂ ਚੀਜ਼ਾਂ ਤਾਂ ਸਾਡੀਆਂ ਆਫ ਰਿਕਾਰਡ ਡਿਸਕਸ ਹੋ ਰਹੀਆਂ ਸੀ ਕਿ ਵੱਡੇ ਵੱਡੇ ਜਿਹੜੇ ਹੋਟਲ ਨੇ ਜਾਂ ਵੱਡੇ ਵੱਡੇ ਰੈਸਟੋਰੈਂਟ ਨੇ ਉਹ ਕਾਗਜ਼ਾਂ ਦੇ ਵਿੱਚ ਹੀ ਦਿਖਾ ਦਿੰਦੇ ਆ ਜਿਹੜੀ ਉਹਨਾਂ ਦੀ ਵੇਸਟ ਹੁੰਦੀ ਆ ਉਸ ਨੂੰ ਮੈਨੇਜ ਕਰਨ ਦਾ, ਕਰਦੇ ਕੁਰਦੇ ਹੈ ਹੀ ਨਹੀਂ। ਪਰ ਟਰਸਟ ਦੇ ਵਿੱਚ ਬੜੂ ਸਾਹਿਬ ਦੇ ਵਿੱਚ ਉਹ ਜਿਹੜੀ ਵੇਸਟ ਆ ਉਸ ਨੂੰ ਪ੍ਰੋਪਰਲੀ ਕਿਵੇਂ ਮੈਨੇਜ ਕੀਤਾ ਜਾ ਰਿਹਾ, ਜਿਹੜੇ ਉਹਦੇ ਸਟੈਪ ਚੇਂਜ ਹੁੰਦੇ ਨੇ, ਕਿਵੇਂ ਉਸ ਨੂੰ ਅੱਗੇ ਪੂਰਾ ਪਾਇਆ ਜਾ ਰਿਹਾ। ਹੁਣ ਆਪਾਂ ਅੱਗੇ ਵਧਾਂਗੇ, ਇਸ ਤੋਂ ਅਗਲਾ ਇੱਕ ਦੂਸਰਾ ਜੀ ਸਾਡੀ ਪਰਸਨਲ ਹੈ ਸੰਸਥਾ ਦੀ, ਤੇ ਇਹ ਅਸੀਂ ਜਿਹੜਾ ਹੈ ਇਹਦੇ ਤੇ ਸਾਰਾ ਗਾਜਰ ਜੀ ਆਪਾਂ ਸ਼ੁਕਲਾ ਜੀ ਦੱਸ ਰਹੇ ਸੀ ਕਿ ਇਹਦੇ ਨਾਲ ਆਪਾਂ ਕੂੜਾ ਕਲੈਕਟ ਕਰਦੇ ਹਾਂ ਤਾਂ ਕਿ ਇੰਨੀ ਇਹ ਸੀਲ ਪੈਕ ਹੈ, ਇੰਨੀ ਇਹ ਬੰਦ ਹੈ ਕਿ ਇਸ ਦੇ ਵਿੱਚੋਂ ਕਿਸੇ ਕਿਸਮ ਦੀ ਵੀ ਤੁਹਾਨੂੰ ਇਹ ਹੈ ਕਿ ਵੀ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ, ਬਾਹਰ ਕੋਈ ਵੀ ਇੱਕ ਤੁਪਕਾ ਤੱਕ ਨਹੀਂ ਬਾਹਰ ਡਿੱਗੇਗਾ, ਇੱਕ ਕਾਗਜ਼ ਦਾ ਕਚਰਾ ਤੱਕ ਨਹੀਂ ਬਾਹਰ ਡਿੱਗੇਗਾ, ਤਾਂ ਕਿ ਬਾਹਰ ਵੀ ਸਫਾਈ ਰਹੇ ਤੇ ਇੱਥੇ ਪਹੁੰਚਣ ਤੱਕ ਉਹ ਹਾਈਜੀਨ ਜਿਹੜੀ ਹੈ ਉਸ ਦੇ ਉੱਤੇ ਜਿਹੜਾ ਛਿੜਕਾਅ ਕਰਨਾ ਉਹ ਬਰਕਰਾਰ ਰਹੇ। ਇਹ ਸਾਰਾ ਕੁਝ ਇਦਾਂ ਚੱਲ ਰਿਹਾ ਜੀ, ਬਹੁਤ ਲੰਮਾ ਪ੍ਰੋਸੈਸ ਹੈ। ਇੱਧਰ ਲੋਹੇ ਦਾ ਵੀ ਪਿਆ ਸਾਰਾ ਕੁਝ, ਬਾਇਓਮੈਡੀਕਲ ਵੇਸਟ ਮੈਨੇਜमेंट जी, वो जरा कचरे के सॉलिड वेस्ट मैनेजमेंट ये सारा वो इनकी छत से कमाई और पर्यावरण की भलाई, हमारा मोटो यही से शुरुआत है कि हम कचरे से कमाएंगे। ये हमारे जो बड़ू साहब में जो कॉम्प्लेक्स है एक कमाऊ पूत है, ये इनसे मांग के, संस्था से मांग के नहीं खा रही है, खुद इनके फेंके गए कचरे से कमा के खा रही है। तो हमारा ਗੱਲ ਕਹੀ ਜੀ ਮਤਲਬ ਇਸ ਪ੍ਰੋਜੈਕਟ ਨੇ ਸਾਨੂੰ ਜਿਹੜੀ ਮੈਂ ਪੰਚਾਇਤ ਦੀ ਗੱਲ ਕਰ ਰਿਹਾ ਸਾਂ ਵੀ ਸਾਡੀ ਸਟੇਟ ਲੈਵਲ ਤੇ, ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ ਇਸ ਬੜੂ ਸਾਹਿਬ ਨੂੰ ਸਨਮਾਨਿਤ ਮਿਲ ਰਹੇ ਨੇ। ਸੋ ਇਹ ਇੱਕ ਹੈ। ਹੁਣ ਵੀ ਸਾਡੀ ਇਸ ਮੈਨੇਜਮੈਂਟ ਕਰਕੇ ਵੀ ਆਪਣਾ ਗ੍ਰੀਨ ਐਂਡ ਕਲੀਨ ਤੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਇਹ ਬੜੂ ਸਾਹਿਬ ਫਸਟ ਆਇਆ ਹੈਗਾ। ਮਤਲਬ ਬੜੂ ਸਾਹਿਬ ਦੀ ਜਿਹੜੀ ਪੰਚਾਇਤ ਹੈ ਜਾਂ ਬੜੂ ਸਾਹਿਬ ਹੈ, ਇਹਦਾ ਜਿਹੜਾ 16 ਤਰੀਕ ਨੂੰ ਸਾਨੂੰ ਸਨਮਾਨ ਹੋਣਾ ਹੈ ਤੇ ਇਹ ਅਸੀਂ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਫਸਟ ਆਏ ਹਾਂ। ਤੁਸੀਂ ਦੇਖੋ ਵੀ ਇੱਕ ਰੂਰਲ ਏਰੀਏ ਦਾ ਬੜੂ ਸਾਹਿਬ ਤੇ ਉਸ ਦੀ ਛੋਟੀ ਜੀ ਮੈਨੇਜਮੈਂਟ ਇੱਕ ਇੰਡੀਆ ਲੈਵਲ ਨੂੰ ਜੇ ਅਸੀਂ ਸੋਚੀਏ ਬਹੁਤ, ਪਰ ਅਸੀਂ ਇੱਕ ਇਹਦੇ ਵਿੱਚ ਫਸਟ ਆ ਗਏ ਹਾਂ। ਮਤਲਬ ਹਿੰਦੁਸਤਾਨ ਦੀ ਇੰਨੀ ਵੱਡੀ ਆਬਾਦੀ 'ਚ ਮੈਂ ਤਾਂ ਟੈਕਨੀਕਲ ਪੱਖ ਦੱਸ ਦਿੰਦਾ। ਇਹਨੇ 5 ਕੈਟਾਗਰੀ ਸੀਗੀਆਂ, ਜਿਵੇਂ ਇੱਕ ਕੈਟਾਗਰੀ ਸੀ ਕਲੀਨ ਐਂਡ ਗ੍ਰੀਨ, ਮਤਲਬ ਸਾਫ਼ ਤੇ ਸਵੱਛ, ਠੀਕ ਹੈ ਜੀ। ਬਾਕੀ ਕੋਈ ਕੈਟਾਗਰੀ ਹੋ ਸਕਦੀ ਹੈ ਕਿ ਵਾਟਰ ਮੈਨੇਜਮੈਂਟ, ਕੋਈ ਹੋ ਸਕਦੀ ਹੈ ਕਿ ਐਜੂਕੇਸ਼ਨ, ਮਤਲਬ ਇਹ 5 ਕੈਟਾਗਰੀਆਂ ਸੀਗੀਆਂ। 5 ਕੈਟਾਗਰੀ ਦੇ ਵਿੱਚੋਂ ਜਿਹੜੀ ਕਲੀਨ ਐਂਡ ਗ੍ਰੀਨ ਜਿਹੜਾ ਮੁਕਾਬਲਾ ਸੀਗਾ, 3000 ਤੋਂ ਵੱਧ ਦੀਆਂ ਜਿਹੜੀਆਂ ਪੰਚਾਇਤਾਂ ਜਾਂ ਉਸ ਤੋਂ ਵੱਧ ਪੂਰੇ ਇੰਡੀਆ ਦੇ, ਮਾਫੀ ਚਾਹੁੰਦਾ, 3000 ਤਾਂ ਹਿਮਾਚਲ ਦੀਆਂ ਨੇ, ਸਟੇਟ ਦੀਆਂ ਨੇ।
5 ਕੈਟਾਗਰੀਆਂ ਦੇ ਵਿੱਚੋਂ ਕਲੀਨ ਐਂਡ ਗ੍ਰੀਨ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਬੜੂ ਸਾਹਿਬ ਦੀ ਜਿਹੜੀ ਪੰਚਾਇਤ ਆ ਉਹ ਫਸਟ ਆਈ ਹੈ। ਇਸ ਕਰਕੇ ਉਹ ਨਤੀਜਾ ਨਿਕਲਿਆ। ਆ ਜਿਹੜਾ ਸਾਰਾ ਕੁਝ ਪ੍ਰੋਸੈਸ ਹੈ ਇੱਥੇ ਕੀਤਾ ਜਾ ਰਿਹਾ। ਅੱਗੇ ਵੀ ਵਧਾਂਗੇ, ਅੱਗੇ ਵਧ ਕੇ ਜਿਹੜੇ ਹੋਰ ਕਾਰਜ ਚੱਲ ਰਹੇ ਨੇ ਉਹ ਕਾਰਜ ਤੁਹਾਨੂੰ ਵਿਖਾਵਾਂਗੇ।